ਇਹ ਮੁੱਦੇ ਉਠਾਉਣ ਵਾਲੇ ਨਵਜੋਤ ਸਿੱਧੂ ਤੇ ਉਸਦੇ ਸਾਥੀ ਕਿੱਧਰ ਤੁਰ ਗਏ। ਅਕਸਰ ਅਕਾਲੀ ਦਲ ਵਾਲੇ ਵੀ ਕਹਿੰਦੇ ਆ, ਕਾਂਗਰਸ ਵਾਲੇ ਵੀ ਕਹਿੰਦੇ ਰਹੇ ਜੀ ਵੱਡੇ ਮਗਰਮੱਛ ਨਹੀਂ ਕਾਬੂ ਕੀਤੇ ਜਾ ਰਹੇ। ਹੁਣ ਤੁਸੀਂ ਡਿਸਟਿਲਰੀਆਂ ਦੀ ਗੱਲ ਕੀਤੀ ਹੈ, ਇੱਕ ਏਕੜ 'ਚ ਲੱਗੀਆਂ ਦੀ ਗੱਲ ਕੀਤੀ ਹੈ। ਹੁਣ ਵੱਡੇ ਮਗਰਮੱਛ ਕਿਹੜੇ ਹੈ ਉਹਨਾਂ ਦੀ ਗੱਲ ਤਾਂ ਕਦੇ ਸਾਹਮਣੇ ਨਹੀਂ ਆ ਰਹੀ। ਵੱਧ ਤੋਂ ਵੱਧ ਜਿਹੜੇ ਉਹ ਲਾਣ ਵੇਚਦੇ ਆ ਜਾਂ ਜਿਹੜੇ ਉਹ ਪਾਊਚ ਵੇਚਦੇ ਸੀ ਉਹਨਾਂ ਦੇ ਕੇਸ ਬਣ ਰਹੇ। ਨਾ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ, ਨਾ ਡੀਜੀਪੀ ਦੀ ਜ਼ਿੰਮੇਵਾਰੀ, ਨਾ ਮਿੰਨੀ ਮਹਾਜਨ ਦੀ ਜ਼ਿੰਮੇਵਾਰੀ, ਨਾ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਕਿਹਦੀ? ਉਹ ਜਿਹੜੇ ਥੱਲੇ ਵਿਚਾਰੇ SHO ਹੋ ਗਏ, ਕੋਈ ਹੋਰ ਥੱਲੇ ਵਾਲਾ ਪੈਰਾਫਰਨੇਲੀਆ ਚੱਕ ਕੇ 7-8 ਬੰਦਿਆਂ ਦੇ ਕੇਸ ਪਾ ਦੇਣਗੇ, ਉਹਨਾਂ ਨੂੰ ਅੰਦਰ ਸੁੱਟ ਦੇਣਗੇ, ਉਹ ਸੜਦੇ ਰਹਿਣਗੇ। ਜਿਹੜੇ ਕਰਵਾ ਰਹੇ ਆ, ਜਿਨ੍ਹਾਂ ਨੇ 6-7 ਹਜ਼ਾਰ ਕਰੋੜ ਰੁਪਏ ਨੂੰ ਚੂਨਾ ਲਾਤਾ। ਸ਼ਮਸ਼ੇਰ ਸਿੰਘ ਦੂਲੋ ਦਾ ਜਿਸ ਢੰਗ ਦੇ ਨਾਲ ਉਹਨੇ ਪ੍ਰੈਸ ਕਾਨਫਰੰਸ 'ਚ ਗੱਲਬਾਤ ਕੀਤੀ, ਕਹਿੰਦੇ ਜੀ 70% ਸਾਡੇ MLA ਅੱਜ 2 ਨੰਬਰ ਦੇ ਕੰਮਾਂ 'ਚ ਇਨਵੋਲਵ ਹੈਗੇ ਨੇ। ਨਵਜੋਤ ਸਿੰਘ ਸਿੱਧੂ ਇਹ ਠੀਕ ਹੈ ਅੱਜ ਦੀ ਡੇਟ 'ਚੋਂ ਘਰ ਆ ਕੇ ਘਰ ਵਿਹਲਾ ਬੈਠਾ ਹੋਇਆ, ਬਿਲਕੁਲ ਉਹਦੇ ਕੋਲ ਕੋਈ ਕੰਮ ਨਹੀਂ ਹੈਗਾ, ਜਾਂ ਉਹ ਤੁਸੀਂ ਕਹਿ ਸਕਦੇ ਹੋ ਆਊਟ ਆਫ ਫੋਕਸ ਹੋ ਗਿਆ। ਪਰ ਮੈਨੂੰ ਲੱਗਦਾ ਇਹ ਵੀ ਬਹੁਤ ਦੇਰ ਤੱਕ ਨਹੀਂ ਰਹੇਗਾ। ਨਵਜੋਤ ਸਿੱਧੂ ਨੂੰ ਵੀ ਐਕਟਿਵ ਹੋਣਾ ਪਏਗਾ। ਉਹਨੂੰ ਕਿਹੜੀ ਪਾਰਟੀ ਇਸ ਕੰਮ ਲਈ ਅੱਗੇ ਲੈ ਕੇ ਆਉਂਦੀ ਹੈ ਤੇ ਜੇ ਪਤਾ ਨਹੀਂ ਹੈਗਾ, ਕਿਉਂਕਿ ਕਾਂਗਰਸ ਪਾਰਟੀ ਵੀ ਉਹਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਰਹੀ ਕਿ ਉਹਦੇ ਤੋਂ ਕੀ ਕੰਮ ਲਿਆ ਜਾਏਗਾ, ਕਦੋਂ ਲਿਆ ਜਾਏਗਾ। ਨਵਜੋਤ ਸਿੱਧੂ ਵੀ ਅਲਟੀਮੇਟਲੀ ਆਉਣ ਵਾਲੇ 2-3 ਮਹੀਨਿਆਂ 'ਚ ਆਪਣਾ ਫੈਸਲਾ ਲਏਗਾ। ਜੋ ਇੰਡੀਕੇਸ਼ਨਸ ਆ ਰਹੀਆਂ ਕਿ ਉਹਨੇ ਕਿਸ ਢੰਗ ਦੇ ਨਾਲ ਆਪਣੀ ਸਿਆਸਤ 'ਚ ਵਿਚਰਨਾ ਹੈਗਾ, ਔਰ ਆਉਣ ਵਾਲੇ ਦਿਨਾਂ 'ਚ ਚੋਣਾਂ ਤੋਂ ਪਹਿਲਾਂ ਇਸ ਗੱਲ ਦਾ ਕਾਫੀ ਖੁੱਲ੍ਹ ਕੇ ਵਿਰੋਧ ਹੋਏਗਾ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਪੰਜਾਬ ਦੀ ਰਾਜਨੀਤੀ ਤੇ ਨਾਲ ਜੁੜੇ ਵੱਡੇ ਮੁੱਦੇ ਤੇ ਚਰਚਾ ਕਰ ਰਹੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਦੇ ਮੁੱਦੇ ਤੇ ਪੰਜਾਬੀਆਂ ਨਾਲ ਕੀਤਾ ਵਿਸ਼ਵਾਸਘਾਤ। ਕੈਪਟਨ ਅਮਰਿੰਦਰ ਨੇ ਸੱਤਾ 'ਚ ਆਉਣ ਵੇਲੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਦੇ ਅੰਦਰ ਮੈਂ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗਾ। ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਉਸਨੇ ਆਪਣੀ ਪਾਰਟੀ ਦੇ 2 ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋਂ, ਉਹਨਾਂ ਦੇ ਦੋਸ਼ ਲਾਇਆ ਕਿ ਇਹਨਾਂ ਦੋਹਾਂ ਪ੍ਰਧਾਨਾਂ ਨੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ। ਜਾਖੜ ਜੀ, ਤੁਹਾਡੇ ਕਹਿਣ ਮੁਤਾਬਕ ਹੀ ਕਿਸ ਨੇ ਕਿਸ ਦੀ ਪਿੱਠ ਵਿੱਚ ਛੁਰਾ ਮਾਰਿਆ, ਇਸ ਦਾ ਫੈਸਲਾ ਤਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ। ਪੰਜਾਬ ਦੀ ਪਿੱਠ 'ਚ ਕਿਸ ਨੇ ਛੁਰਾ ਮਾਰਿਆ, ਇਸ ਦਾ ਫੈਸਲਾ ਤਾਂ ਪੰਜਾਬੀ ਹੀ ਕਰਨਗੇ। ਪੰਜਾਬ ਵਿਧਾਨ ਸਭਾ 'ਚ ਅਸੀਂ ਸਾਰੇ ਜਾਣਦੇ ਹਾਂ ਕਿਸ ਤਰੀਕੇ ਨਾਲ ਚੋਲੀਆਂ ਅੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੋਵੇ, ਨਸ਼ਾ ਤਸਕਰੀ ਦੀ ਗੱਲ ਹੋਵੇ, ਰੇਤ ਮਾਫੀ ਦੀ, ਟਰਾਂਸਪੋਰਟ ਮਾਫੀਆ ਦੀ ਗੱਲ ਹੋਵੇ, ਇਹ ਮੁੱਦੇ ਉਠਾਉਣ ਵਾਲੇ ਨਵਜੋਤ ਸਿੱਧੂ ਤੇ ਉਸਦੇ ਸਾਥੀ ਕਿੱਧਰ ਤੁਰ ਗਏ। ਹਾਂ, ਜੇਕਰ ਪਾਰਟੀ ਦੇ ਅੰਦਰ ਵਿਰੋਧੀ ਧਿਰਾਂ ਨੂੰ ਚੁੱਪ ਕਰਾ ਕੇ ਸੱਤਾ ਹਾਸਲ ਕੀਤੀ ਜਾ ਸਕਦੀ ਹੁੰਦੀ ਤਾਂ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਰਾਜ ਹੋਣਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿਧਾਨ ਸਭਾ 'ਚ ਤੀਜੇ ਬੈਂਚ ਤੇ ਬੈਠਣ ਦੇ ਸ਼ਰਮ ਦੇ ਮਾਰਿਆਂ ਭੱਜ ਕੇ ਪਾਰਲੀਮੈਂਟ 'ਚ ਨਾ ਜਾਣਾ ਪੈਂਦਾ। ਪੰਜਾਬੀਆਂ ਨੂੰ ਇਸ ਗੱਲ ਦਾ ਫਰਕ ਤਾਂ ਜ਼ਰੂਰ ਕਰਨਾ ਪੈਣਾ ਹੈ ਕਿ ਕੀ ਪਿੱਠ ਵਿੱਚ ਛੁਰਾ ਲੁੱਟ ਦਾ ਮਾਲ ਵੰਡਣ ਲਈ ਮਾਰਿਆ ਗਿਆ ਜਾਂ ਪੰਜਾਬ ਦੇ ਵਿਰੁੱਧ ਜਾਣ ਵਾਲਿਆਂ ਲਈ ਮਾਰਿਆ ਗਿਆ। ਇਹਨਾਂ ਸਾਰੇ ਮਾਮਲਿਆਂ ਤੇ ਮੇਰੇ ਨਾਲ ਪੈਨਲ 'ਚ ਇਸ ਵੇਲੇ ਸਾਡੇ ਨਾਲ ਜਿਹੜੇ ਕੱਦਾਵਰ ਜਰਨਲਿਸਟ ਬੁੱਧੀਜੀਵੀ ਜੁੜ ਚੁੱਕੇ ਹੈ। ਹਰਕਮਲਜੀਤ ਸਿੰਘ ਜੀ, AS ਫਰਾਸ਼ਰ, ਪ੍ਰੋਫੈਸਰ ਮਨਜੀਤ ਸਿੰਘ, ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ ਹਾਂ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਸ਼ੁਰੂ 'ਚ ਕਿਹਾ, ਜੋ ਕੁਝ ਮਾਝੇ ਦੇ 'ਚ ਵਾਪਰਿਆ, ਜਿਸ ਤਰੀਕੇ ਦੇ ਨਾਲ ਕਾਰ ਉੱਥੇ 70 ਵਿਛਿਆ ਨਸ਼ੇ ਕਾਰਨ, ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਦੀ ਸ਼ਾਖ ਲਈ ਇਹ ਬਹੁਤ ਵੱਡਾ ਧੱਕਾ ਹੈ? ਜੇ ਇਸ ਤੋਂ ਵੀ ਹੋਰ ਕਦਮ ਇੱਕ ਅੱਗੇ ਕਿ ਕੈਪਟਨ ਅਮਰਿੰਦਰ ਨੇ ਪੰਜਾਬੀਆਂ ਨਾਲ ਨਸ਼ੇ ਦੇ ਮੁੱਦੇ ਤੇ ਕੀਤਾ ਵਿਸ਼ਵਾਸਘਾਤ। ਤੁਸੀਂ ਲੰਬੇ ਸਮੇਂ ਤੋਂ ਪੰਜਾਬ ਨੂੰ ਕਵਰ ਕਰਦੇ ਆ ਰਹੇ ਹੋ ਹਰਕਮਲ ਜੀ, ਜੋ ਕੁਝ ਪੰਜਾਬ ਦੇ 'ਚ ਵਾਪਰ ਰਿਹਾ ਤੇ ਕੈਪਟਨ ਅਮਰਿੰਦਰ ਨੇ ਜੋ ਕਿਹਾ ਸੀ, ਜੋ ਹੋਇਆ, ਕੀ ਦੇਖਦੇ ਹੋ ਸਾਰੇ ਕਾਸੇ ਤੇ? ਜਗਤਾਰ ਜੀ, ਇੱਕ ਪੰਜਾਬ ਦੀ ਬੜੀ ਪੁਰਾਣੀ ਕਹਾਵਤ ਹੈਗੀ ਹੈ, ਕਿਸੇ ਜੱਟ ਦੀ ਮੱਝ ਗਵਾਚ ਗਈ, ਔਰ ਉਹ
ਸਾਰੀਆਂ ਥਾਵਾਂ ਤੇ ਸਵੇਰ ਤੋਂ ਸ਼ਾਮ ਤੱਕ ਉਹ ਜਾ ਕੇ ਮੰਨਤਾ ਮੰਨੀ ਗਿਆ, ਜੇ ਮੇਰੀ ਮੱਝ ਮਿਲ ਗਈ ਮੈਂ 50 ਰੁਪਏ ਦਾਂਗਾ, 100 ਰੁਪਏ ਦਿਆਂਗਾ, ਕਿਤੇ 200 ਰੁਪਏ। ਕਿਸੇ ਨੇ ਕਿਹਾ ਵੀ ਤੇਰੀ ਮੱਝ ਤੇ ਸਾਰੀ 100-150 ਰੁਪਏ ਦੀ ਹੈ, ਤੂੰ 300-400 ਰੁਪਏ ਦੀਆਂ ਮੰਨਤਾ ਮੰਨਣਾ ਹੈ ਤੇ ਤੂੰ ਕਰ ਕੀ ਰਿਹਾ? ਉਹ ਕਹਿੰਦਾ ਤੁਸੀਂ ਮੇਰੀ ਹੱਥ 'ਚ ਇੱਕ ਨਾ ਸਿੰਘ ਆਣ ਦਿਓ ਮੱਝ ਦਾ, ਫਿਰ ਵੇਖਿਆ ਜੇ ਮੈਂ ਕਿਹਨੂੰ ਕੀ ਦੇਣਾ ਹੈਗਾ। ਇਹ ਮੈਨੂੰ ਲੱਗਦਾ ਹੈ ਪੰਜਾਬ 'ਚ ਇਹੀ ਵਰਤਾਰਾ ਅੱਜ ਹੋ ਰਿਹਾ ਹੈ। ਸਿਆਸਤਦਾਨ ਸਾਡੇ ਇਹੋ ਜਿਹੀ ਸੋਚ ਦੇ ਸ਼ਿਕਾਰ ਹੋ ਚੁੱਕੇ ਨੇ। ਉਹ ਕਹਿੰਦੇ ਇੱਕ ਨਾ ਸਾਡੇ ਹੱਥ 'ਚ ਰਾਜ ਭਾਗ ਆ ਜਾਏ, ਫਿਰ ਕੋਈ ਗੁਟਕਾ ਯਾਦ ਨਹੀਂ ਆਣਾ, ਕੋਈ ਵਾਅਦਾ ਯਾਦ ਨਹੀਂ ਆਉਣਾ, ਕੋਈ ਚੁੱਕੀ ਸਹੁੰ ਯਾਦ ਨਹੀਂ ਆਣੀ। ਔਰ ਤੁਸੀਂ ਦੇਖੋ ਕਿ ਜਿਸ ਢੰਗ ਦੇ ਨਾਲ ਹੁਣ ਪੰਜਾਬ ਦੇ ਵਿੱਚ ਅੱਜ 3 ਸਾਲ ਤੋਂ ਉੱਤੇ ਹੋ ਗਏ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ 'ਚ ਆਇਆ, ਨਸ਼ਿਆਂ ਤੇ ਕੰਟਰੋਲ ਅੱਜ ਵੀ ਨਹੀਂ ਹੋ ਸਕਿਆ। ਆ ਜਿਹੜੀ ਲੇਟੈਸਟ ਸ਼ਰਾਬ ਦੀ ਜਿਹੜੀ ਦੁਖਦਾਈ ਘਟਨਾ ਵਾਪਰੀ ਹੈ, ਜਿਹਦੇ 'ਚ 100 ਤੋਂ ਵੱਧ 117-18 ਲੋਕ ਮਰ ਗਏ ਨੇ। ਹੁਣ ਤੁਸੀਂ ਦੇਖੋ ਕਿ ਮੈਨੂੰ ਇਹਦੇ ਬਾਰੇ ਇੱਕ ਬੜਾ ਦਿਲਚਸਪ ਤੱਥ ਸਾਹਮਣੇ ਆਇਆ ਕਿ 9 ਜੁਲਾਈ ਨੂੰ ਜਲੰਧਰ ਦਿਹਾਤੀ ਦੀ ਪੁਲਿਸ ਨੇ ਇੱਕ ਕੰਸਾਈਨਮੈਂਟ ਫੜੀ ਸਪਿਰਿਟ ਦੀ, ਨਜਾਇਜ਼ ਸਪਿਰਿਟ ਦੀ। ਉਹਦੇ 'ਚ ਉਹਨਾਂ ਨੇ 2-3 ਬੰਦੇ ਗ੍ਰਿਫਤਾਰ ਕੀਤੇ। ਉਹਨਾਂ 'ਚੋਂ ਇੱਕ ਬੰਦਾ ਉਹਨਾਂ ਨੇ ਪਕੜ ਕੇ ਤਰਨਤਾਰਨ ਤੋਂ ਲਿਆਂਦਾ, ਜਿਹਨੇ ਪੂਰੀ ਸੂਚੀ ਦੇ ਦਿੱਤੀ ਵੀ ਤਰਨਤਾਰਨ 'ਚ ਜੀ ਇਸ ਵੇਲੇ ਪੂਰਾ ਜਿਹੜਾ ਕੰਮ ਚੱਲ ਰਿਹਾ ਹੈ, ਆਹ ਬੰਦੇ ਚਲਾ ਰਹੇ ਨੇ। ਫਲਾਣੀ ਜਗ੍ਹਾ ਤੇ ਉਹਨੇ ਸਾਰੇ ਪੰਜਾਬ ਦੀ ਸੂਚੀ ਇਹਨਾਂ ਨੂੰ ਦੇ ਦਿੱਤੀ ਵੀ ਅਸੀਂ ਫਲਾਣੀ ਥਾਂ ਤੇ ਸਪਲਾਈ ਕਰ ਰਹੇ ਹਾਂ। ਉਹ ਸੂਚੀ ਪੁਲਿਸ ਵਾਲਿਆਂ ਨੇ ਇੰਟਰੋਗੇਸ਼ਨ ਤੋਂ ਬਾਅਦ ਐਕਸਾਈਜ਼ ਡਿਪਾਰਟਮੈਂਟ ਨੂੰ ਦੇ ਦਿੱਤੀ। ਐਕਸਾਈਜ਼ ਡਿਪਾਰਟਮੈਂਟ ਨੇ ਅੱਜ ਕੱਲ੍ਹ ਇੱਕ ਪੂਰੀ ਬਟਾਲੀਅਨ 1000 ਬੰਦੇ ਦੀ ਪੁਲਿਸ ਦੀ ਡੈਪੂਟੇਸ਼ਨ ਤੇ ਲਈ ਹੋਈ ਹੈ ਪੁਲਿਸ ਡਿਪਾਰਟਮੈਂਟ ਤੋਂ ਕਿ ਅਸੀਂ ਜੇ ਬੰਦੇ ਆਪ ਪਕੜਾਂਗੇ, ਅਸੀਂ ਨਜਾਇਜ਼ ਸ਼ਰਾਬ ਪੰਜਾਬ 'ਚ ਆਪ ਫੜਾਂਗੇ। ਔਰ ਕੋਈ ਉਹਦੇ ਤੇ ਫਰਦਰ ਕਾਰਵਾਈ ਨਹੀਂ ਹੋਈ ਐਕਸੈਪਟ ਕਿ ਇੱਕ ਸੈਂਪਲ ਭੇਜ ਦਿੱਤਾ ਉਹਨਾਂ ਨੇ ਟੈਸਟਿੰਗ ਲਈ। ਕਿਸੇ ਬੰਦੇ ਦੇ ਖਿਲਾਫ ਜਿੰਨਿਆਂ ਦੇ ਨਾਂ ਆਏ ਸੀ ਕੋਈ ਕਾਰਵਾਈ ਨਹੀਂ ਹੋਈ। ਜੇ ਉਦਨ ਕਾਰਵਾਈ ਹੋ ਜਾਂਦੀ ਤੇ ਸ਼ਾਇਦ ਇਹ ਭਾਣਾ ਨਾ ਵਾਪਰਦਾ, ਇਹ ਦੁਖਾਂਤ ਪੰਜਾਬ 'ਚ ਨਾ ਵਾਪਰਦਾ। ਲੇਕਿਨ ਤੁਸੀਂ ਦੇਖੋ ਕਿ ਸਰਕਾਰੀ ਲੈਵਲ ਤੇ ਕਿੰਨੀ ਕੁ ਦਿਲਚਸਪੀ ਹੈਗੀ ਇਸ ਗੱਲ ਨੂੰ ਖਤਮ ਕਰਨ ਲਈ। ਮੇਰੇ ਖਿਆਲ 'ਚ ਜਿੰਨੀਆਂ ਡਿਸਟਿਲਰੀਆਂ ਫੜੀਆਂ ਗਈਆਂ ਉਹਨਾਂ ਦੇ ਬਾਰੇ ਤੁਸੀਂ ਦੇਖੋ ਕਿ ਕਿਸੇ ਨੇ ਅੱਜ ਤੱਕ ਉਹਨਾਂ ਦਾ ਮਾਲਕ ਕੌਣ ਸੀ, ਉਹਨਾਂ ਡਿਸਟਿਲਰੀਆਂ ਲਈ ਮਸ਼ੀਨ ਕੌਣ ਲੈ ਕੇ ਆਇਆ, ਕਿਹੜੀ ਕੰਪਨੀ ਦੀ ਮਸ਼ੀਨ ਸੀ, ਏਕੜ 'ਚੋਂ ਲੱਗੀਆਂ ਹੋਈਆਂ ਫੈਕਟਰੀਆਂ, ਏਕੜ 'ਚ ਉਹਨਾਂ ਦੇ ਗੋਦਾਮ ਬਣੇ ਹੋਏ ਨੇ, ਕਰੋੜਾਂ ਰੁਪਈਆ ਉਹਨਾਂ ਤੇ ਲੱਗਾ ਹੋਇਆ ਹੈ। ਉਹਨਾਂ ਨੇ ਉੱਥੇ ਛੋਟੇ ਗਰੀਬ ਦੇ ਜਿਹੜੇ ਉੱਥੇ ਵਰਕਰ ਸੀ ਉਹ ਫੜ ਕੇ ਉਹਨਾਂ ਤੇ ਕੇਸ ਪਾਤੇ ਨੇ। ਉਹਨਾਂ ਦੇ ਮਾਲਕ ਕੌਣ ਸੀ ਉਹਨਾਂ ਨੂੰ ਕੋਈ ਪੁੱਛਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਕੋਈ ਇਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਮਸ਼ੀਨਰੀ ਕਿੱਥੋਂ ਆਈ, ਇਹਨਾਂ ਨੂੰ ਸ਼ੀਰਾ ਕਿੱਥੋਂ ਮਿਲ ਰਿਹਾ ਸੀ, ਇਹਨਾਂ ਦਾ ਬਾਕੀ ਸਾਜ਼ੋ ਸਮਾਨ ਕਿੱਥੋਂ ਆ ਰਿਹਾ ਸੀ, ਕੋਈ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਨੂੰ ਲੱਗਦਾ ਕਿ ਸਾਰਾ ਜਿਹੜਾ ਸਾਡਾ ਸਰਕਾਰੀ ਨਿਜ਼ਾਮ ਔਰ ਢਾਂਚਾ ਜਿਹੜਾ ਹੈਗਾ ਉਹ ਸਾਰਾ ਇਸ ਗੱਲ ਦੇ ਵਿੱਚ ਖੁੱਭ ਚੁੱਕਾ ਹੈ ਔਰ ਸਾਰੇ ਜ਼ਿੰਮੇਵਾਰ ਨੇ, ਸਾਰਿਆਂ ਦੀ ਮਿਲੀ ਭੁਗਤ ਹੈਗੀ ਹੈ। ਔਰ ਜੋ ਹਾਲਾਤ ਇਸ ਵੇਲੇ ਪੰਜਾਬ 'ਚ ਬਣੇ ਹੋਏ ਨੇ, ਪੋਲੀਟੀਸ਼ੀਅਨ ਤੋਂ ਲੈ ਕੇ ਪੁਲਿਸ ਵਾਲੇ ਜਾਂ ਤੁਸੀਂ ਕਹੋ ਐਕਸਾਈਜ਼ ਡਿਪਾਰਟਮੈਂਟ, ਸਾਰੇ ਰਲ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਔਰ ਸ਼ਰਾਬੀਆਂ ਨੂੰ ਮਾਰਨ 'ਚ ਲੱਗੇ ਹੋਏ ਨੇ, ਨਕਲੀ ਸ਼ਰਾਬ ਪਿਆ ਕੇ। ਇਹ ਇੱਕ ਬੜਾ ਵੱਡਾ ਦੁਖਾਂਤ ਹੈ। ਲੇਕਿਨ ਅਫਸੋਸ ਦੀ ਗੱਲ ਇਹ ਹੈਗੀ ਹੈ ਕਿ ਨਾ ਕੋਈ ਪੋਲੀਟੀਕਲ ਲੈਵਲ ਤੇ, ਨਾ ਕੋਈ ਪਾਰਟੀ ਲੈਵਲ ਤੇ, ਨਾ ਕੋਈ ਗਵਰਨਮੈਂਟ ਆਫ ਇੰਡੀਆ ਵੱਲੋਂ ਕਿਸੇ ਥਾਂ ਤੋਂ ਕੋਈ ਇਹ ਸਾਰੀ ਗੱਲ ਦੀ ਜਾਂਚ ਕਰਨ ਨੂੰ ਤਿਆਰ ਨਹੀਂ, ਅਸਲ ਤੱਥ ਸਾਹਮਣੇ ਲਿਆਉਣ ਨੂੰ ਤਿਆਰ ਨਹੀਂ। ਮੈਨੂੰ ਲੱਗਦਾ ਇਸ ਮੁਲਕ 'ਚ ਜਿਹੜਾ ਸਾਰਾ ਤਾਣਾ ਬਾਣਾ ਹੀ ਵਿਗੜਿਆ ਹੋਇਆ ਹੈ ਔਰ ਸਾਰਾ ਸਿਸਟਮ ਹੀ ਫੇਲ ਹੋਣ ਜਾ ਰਿਹਾ ਹੈ। ਜੀ ਹਰਕਮਲ ਜੀ ਇੱਕ ਸਵਾਲ ਤੁਹਾਡੇ ਤੋਂ ਲੈਣ ਲੱਗਿਆ ਅੱਗੇ ਗੱਲ ਕਰਨ ਤੋਂ ਪਹਿਲਾਂ। ਉਹ ਹੈ ਕਿ ਅਕਸਰ ਇਹ ਕਿਹਾ ਜਾਂਦਾ, ਤੁਸੀਂ ਵੀ ਕਹਿ ਰਹੇ ਹੋ ਕਿ ਜਿਹੜੇ ਛੋਟੇ ਵਰਕਰ ਹੈ ਜਾਂ ਉਹਨਾਂ ਦੇ ਕਰਿੰਦੇ ਹੈ ਉਹਨਾਂ ਤੇ ਕੇਸ ਬਣਾਏ ਜਾ ਰਹੇ ਹੈ। ਅਕਸਰ ਅਕਾਲੀ ਦਲ ਵਾਲੇ ਵੀ ਕਹਿੰਦੇ ਹੈ, ਕਾਂਗਰਸ ਵਾਲੇ ਵੀ ਕਹਿੰਦੇ ਰਹੇ ਜੀ ਵੱਡੇ ਮਗਰਮੱਛ ਨਹੀਂ ਕਾਬੂ ਕੀਤੇ ਜਾ ਰਹੇ। ਹੁਣ ਤੁਸੀਂ ਡਿਸਟਿਲਰੀਆਂ ਦੀ ਗੱਲ ਕੀਤੀ ਹੈ, ਇੱਕ ਏਕੜ 'ਚ ਲੱਗੀਆਂ ਦੀ ਗੱਲ ਕੀਤੀ ਹੈ। ਹੁਣ ਵੱਡੇ ਮਗਰਮੱਛ ਕਿਹੜੇ ਹੈ ਉਹਨਾਂ ਦੀ ਗੱਲ ਤਾਂ ਕਦੇ ਸਾਹਮਣੇ ਨਹੀਂ ਆ ਰਹੀ। ਵੱਧ ਤੋਂ ਵੱਧ ਜਿਹੜੇ ਉਹ ਲਾਣ ਵੇਚਦੇ ਹੈ ਜਾਂ ਜਿਹੜੇ ਉਹ ਪਾਊਚ ਵੇਚਦੇ ਸੀ ਉਹਨਾਂ ਦੇ ਕੇਸ ਬਣ ਰਹੇ। ਦੇਖੋ ਬਿਲਕੁਲ ਠੀਕ ਹੈ ਤੁਹਾਡੀ ਗੱਲ। ਹੁਣ ਇਹ ਜਿੰਨੀਆਂ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਜਿਹੜਾ ਪੰਜਾਬ 'ਚ ਦੁਖਾਂਤ ਵਾਪਰਿਆ ਹੈ, ਇਹ ਜਿਹੜੀ ਨਜਾਇਜ਼ ਸਪਿਰਿਟ ਨਿਕਲੀ ਹੈਗੀ ਹੈ, ਇਹ ਰਾਜਪੁਰੇ ਦੀਆਂ ਡਿਸਟਿਲਰੀਆਂ 'ਚੋਂ ਨਿਕਲੀ ਹੈ। ਇਹ ਗੱਲ ਇੱਕ ਫੈਕਟ ਸਾਹਮਣੇ ਆ ਗਿਆ। ਰਾਜਪੁਰੇ ਦੀਆਂ ਡਿਸਟਿਲਰੀਆਂ ਜਿਹੜੀਆਂ ਨੇ ਉਹ ਸੀਐਮ ਸਾਹਿਬ ਦੇ ਇੱਕ ਕਿਸਮ ਦੇ ਆਪਣੇ ਖੇਤਰ ਦੀਆਂ ਨੇ। ਉਹਨਾਂ ਦੀ ਵਾਈਫ ਦੀ ਪਾਰਲੀਮੈਂਟਰੀ ਸੀਟ ਦਾ ਹਿੱਸਾ ਹੈਗਾ। ਉਹਨਾਂ ਦਾ ਸਾਰਾ ਅਸਰ ਰਸੂਖ ਇੱਥੇ ਹੈਗਾ। ਸਾਰੇ ਅਫਸਰ ਉਹਨਾਂ ਨੇ ਲਵਾਏ ਹੋਏ ਨੇ। ਲੇਕਿਨ ਉਹਦੇ ਤੇ ਫਰਦਰ ਹੁਣ ਨਾ ਕੋਈ ਕਾਰਵਾਈ ਹੋ ਰਹੀ ਹੈ, ਮੈਨੂੰ ਲੱਗਦਾ ਨਾ ਹੋ ਸਕਣੀ ਹੈ।
ਅਸਲੀ ਗੱਲ ਜਿਹੜੀ ਹੈ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ ਕਿ ਇਸ ਸੂਬੇ 'ਚ ਪਿਛਲੇ ਮੈਂ 3-4 ਸਾਲ ਤੋਂ ਦੇਖ ਰਿਹਾ ਕਿ ਕਿਸੇ ਅਸਲ ਜਿਹੜਾ ਮਗਰਮੱਛ ਹੈਗਾ ਹੈ, ਜਿਹੜੇ ਲੋਕ ਪਿੱਛੇ ਬੈਠ ਕੇ ਇਹ ਸਾਰੇ ਵਪਾਰ ਚਲਾ ਰਹੇ ਨੇ, ਉਹਨਾਂ ਨੂੰ ਕੋਈ ਸਾਹਮਣੇ ਲਿਆਉਣ ਨੂੰ ਤਿਆਰ ਨਹੀਂ। ਤੁਸੀਂ ਦੇਖੋ ਹਾਈ ਕੋਰਟ ਦੇ ਵਿੱਚ 2 ਲਿਫਾਫੇ ਬੰਦ ਪਏ ਹੋਏ ਨੇ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ, ਐਡੀਸ਼ਨਲ ਡੀਜੀਪੀ ਪੱਧਰ ਦੇ ਅਧਿਕਾਰੀਆਂ ਨੇ ਰਿਪੋਰਟਾਂ ਦਿੱਤੀਆਂ ਹੋਈਆਂ। ਉਹਦੇ 'ਚ ਪਤਾ ਨਹੀਂ ਨਾ ਸਰਕਾਰ ਖੁਲਾ ਰਹੀ ਹੈ, ਨਾ ਹਾਈ ਕੋਰਟ ਖੋਲ ਰਹੀ ਹੈ, ਨਾ ਉਹਨੂੰ ਕੋਈ ਹੋਰ ਖੋਲਣ 'ਚ ਤਿਆਰ ਹੈ। ਅਸਲੀ ਮਗਰਮੱਛਾਂ ਨੂੰ ਤਾਂ ਕੋਈ ਸਾਹਮਣੇ ਲਿਆਉਣ ਨੂੰ ਤਿਆਰ ਹੀ ਨਹੀਂ, ਅਸਲ ਤੱਥ ਕੋਈ ਸਾਹਮਣੇ ਲਿਆਉਣ ਨੂੰ ਤਿਆਰ ਹੀ ਨਹੀਂ ਹੈਗਾ। ਮੈਨੂੰ ਲੱਗਦਾ ਕਿ ਇਹ ਸਾਰਾ ਜਿਹੜਾ ਸਿਸਟਮ ਬਣਿਆ ਹੋਇਆ ਹੈ, ਇਹ ਅਸਲੀ ਮਗਰਮੱਛਾਂ ਨੂੰ ਪ੍ਰੋਟੈਕਟ ਕਰਨ ਲਈ ਬਣਿਆ ਹੋਇਆ ਹੈ। ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ, ਉਹ ਇਸ ਧੰਦੇ 'ਚ ਲੱਗੇ ਹੋਏ ਨੇ। ਤੁਸੀਂ ਦੇਖੋ ਨਾ, ਇੱਕ ਡਿਸਟਿਲਰੀ ਜਿਹੜੀ ਇੱਥੋਂ ਫੜੀਆਂ, ਮੁਹਾਲੀ ਚੋਂ ਵੀ ਫੜੀ, ਇਸ ਏਰੀਏ ਚੋਂ ਰਾਜਪੁਰੇ ਚੋਂ ਫੜੀ, ਉਧਰੋਂ ਖੰਨਿਓ ਜਾ ਕੇ ਫੜੀ। ਆਫਟਰ ਆਲ ਇੱਕ ਕਿਸੇ ਗਰੀਬ ਬੰਦੇ ਦਾ ਕੰਮ ਤੇ ਨਹੀਂ, ਉਹਦੇ 'ਚ ਕਰੋੜਾਂ ਰੁਪਈਆ ਲੱਗਾ ਹੋਇਆ ਹੈ ਜੀ। ਬਿਲਕੁਲ, ਉਹਦੇ ਪਿੱਛੇ ਬੰਦੇ ਕੌਣ ਸੀ? ਹੁਣ ਪ੍ਰਾਈਵੇਟਲੀ ਸਾਰੇ ਕਾਂਗਰਸੀ ਸਾਡੇ ਕੋਲ ਨਾਂ ਲੈਂਦੇ ਨੇ ਆ ਕੇ ਵੀ ਉਹ ਫਲਾਣੀ ਡਿਸਟਿਲਰੀ ਕਿਹਦੀ ਸੀ, ਉਹਨੂੰ ਬਚਾਇਆ ਕਿਹੜੇ ਬੰਦੇ ਨੇ, ਹਾਈ ਕਮਾਂਡ ਚੋਂ ਕਿਹਦਾ ਟੈਲੀਫੋਨ ਆਇਆ, ਸਾਰਾ ਕੁਝ ਸਭ ਨੂੰ ਪਤਾ ਹੈਗਾ, ਪਰ ਕੋਈ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈਗਾ। ਮੈਨੂੰ ਲੱਗਦਾ ਕਿ ਇਹ ਜਿਹੜਾ ਇੱਕ ਹਾਲਾਤ ਹੈਗੇ ਨੇ, ਇਹ ਪੰਜਾਬ ਲਈ ਬੜੇ ਦੁਖਦਾਈ ਨੇ, ਔਰ ਇਹਦੇ ਤੇ ਅਲਟੀਮੇਟਲੀ ਕੁਛ ਨਾ ਕੁਛ ਕਿਸੇ ਨੂੰ ਕਰਨਾ ਪਏਗਾ। ਓਕੇ, ਥੈਂਕ ਯੂ ਵੈਰੀ ਮਚ। ਪ੍ਰਾਸ਼ੀ ਜੀ, ਇਸ ਮੁੱਦੇ ਤੇ ਹਰਕਮਲ ਜੀ ਨੇ ਗੱਲ ਕੀਤੀ ਹੈ। ਤੁਸੀਂ ਵੀ ਪੰਜਾਬ ਨੂੰ ਬੜੀ ਬਰੀਕੀ ਦੇ ਨਾਲ ਹੇਠਲੀ ਪੱਧਰ ਤੋਂ ਲੈ ਕੇ, ਤਾਂ ਜੇ ਆਪਾਂ ਪੰਜਾਬ ਵਿਧਾਨ ਸਭਾ ਗੱਲ ਕਰਦੇ ਹਾਂ, ਸਿਵਲ ਸਕੱਤਰੇਤ ਦੀ ਗੱਲ ਕਰਦੇ ਹਾਂ, ਅਧਿਕਾਰੀਆਂ ਦੇ ਨਾਲ ਸਾਰਿਆਂ ਨਾਲ ਤੁਹਾਡੀਆਂ ਮੁਲਾਕਾਤਾਂ ਹੁੰਦੀਆਂ। ਜੋ ਕੁਝ ਪੰਜਾਬ 'ਚ ਵਾਪਰ ਰਿਹਾ ਇਸ ਵੇਲੇ ਨਸ਼ੇ ਦੇ ਮੱਦੇਨਜ਼ਰ, ਕੈਪਟਨ ਅਮਰਿੰਦਰ ਦੀ ਜਿਹੜੀ ਸ਼ਾਖ ਦਾਅ 'ਤੇ ਲੱਗੀ ਹੈ, ਕਾਂਗਰਸ ਦੇ ਅੰਦਰ ਜਿਸ ਤਰੀਕੇ ਦੇ ਨਾਲ ਆਪਸ 'ਚ ਹਫੜਾ ਦਫੜੀ ਮੱਚੀ, ਜਿੱਦਾਂ ਹਰਕਮਲ ਜੀ ਕਹਿ ਰਹੇ ਕਿ ਪ੍ਰਾਈਵੇਟਲੀ ਤਾਂ ਸਾਰੇ ਨਾਂ ਲੈਂਦੇ ਕਿ ਕਿਹੜੀ ਡਿਸਟਿਲਰੀ ਹੈਗੀ ਹੈ, ਪਰ ਕਾਰਵਾਈ ਕਰਨ ਲਈ ਕੋਈ ਤਿਆਰ ਨਹੀਂ। ਜੀ ਪ੍ਰਾਸ਼ੀ ਜੀ। ਜਗਤਾਰ ਜੀ, ਇਹ ਜਿਹੜੀ ਹੂਚ ਟ੍ਰੈਜਡੀ ਹੋਈ ਹੈ, ਮੈਂ ਸਮਝਦਾ ਕਿ ਪੰਜਾਬ ਦੇ ਇਤਿਹਾਸ 'ਚ ਇਹ ਲਗਭਗ ਸਭ ਤੋਂ ਵੱਡੀ ਜਿਹੜੀ ਟ੍ਰੈਜਡੀਆਂ ਦੇ ਵਿੱਚ ਇੱਕ ਹੈਗੀ ਹੈ। ਇਹਦੇ ਵਿੱਚ 113 ਦੇ ਕਰੀਬ ਬੰਦੇ ਜਿਹੜੇ ਆ ਉਹ ਮਰ ਗਏ ਹੈ, ਔਰ 20-22 ਹਲੇ ਹੋਰ ਦਰੇ ਇਲਾਜ ਹੈ, ਉਹਨਾਂ ਪਤਾ ਨਹੀਂ ਸਰਵਾਈਵ ਕਰਦੇ ਕਿ ਨਹੀਂ ਕਰਦੇ। ਔਰ ਮੈਂ ਸਮਝਦਾ ਹਾਂ ਕਿ ਇਸ ਸਾਰੀ ਜਿਹੜੀ ਟ੍ਰੈਜਡੀ ਦਾ ਜਿਹੜਾ ਐਪੀਸੈਂਟਰ ਹੈ ਉਹ ਤਰਨਤਾਰਨ ਜ਼ਿਲ੍ਹਾ ਹੈ, ਜਿਸ 'ਚ ਇਕੱਲੇ ਉਸ ਜ਼ਿਲ੍ਹੇ ਦੇ ਵਿੱਚ 84 ਬੰਦੇ ਮਰ ਗਏ। ਉਸ ਤੋਂ ਬਾਅਦ ਬਟਾਲਾ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਕੁਝ ਬੰਦਿਆਂ ਦੇ ਹਲਾਕ ਹੋਏ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਹੋਇਆ ਔਰ ਕਿਸ ਤਰ੍ਹਾਂ ਚੱਲ ਰਿਹਾ। ਦੇਖੋ, ਗੱਲ ਇਹ ਹੈ ਕਿ ਇਹੋ ਜਿਹਾ ਜਿਹੜਾ ਨਜਾਇਜ਼ ਸ਼ਰਾਬ 'ਤੇ ਜਿਹੜਾ ਧੰਦਾ ਹੈ, ਇਹ ਵਿਦਾਊਟ ਪੁਲਿਸ ਦੀ ਪ੍ਰੋਟੈਕਸ਼ਨ ਔਰ ਪੋਲੀਟੀਸ਼ੀਅਨ ਦੀ ਸਰਪ੍ਰਸਤੀ ਦੇ ਨਹੀਂ ਚੱਲ ਸਕਦਾ। ਔਰ ਇਹ ਜਿਹੜਾ ਨੈਟਵਰਕ ਹੈਗਾ, ਇਹ ਸਿਰਫ ਕੁਝ ਜ਼ਿਲ੍ਹਿਆਂ ਤੱਕ ਨਹੀਂ, ਇਹ ਆਲ ਓਵਰ ਪੰਜਾਬ ਹੈਗਾ, ਆਪਾਂ ਸਾਰੇ ਜਾਣਦੇ ਹਾਂ। ਔਰ ਇਹਦੇ ਵਿੱਚ ਵੀ ਹੁਣ ਜੋ ਤਫਤੀਸ਼ ਅੱਗੇ ਵੱਧ ਰਹੀ ਉਹ ਨਜ਼ਰ ਆ ਰਿਹਾ ਹੈ ਕਿ ਮਰਨ ਵਾਲੇ ਤਰਨਤਾਰਨ ਦੇ ਹੈ, ਸਪਲਾਈ ਕਰਨ ਵਾਲੇ ਕੋਈ ਲੁਧਿਆਣੇ ਬੈਠਾ ਹੈ, ਕੋਈ ਰਾਜਪੁਰੇ ਬੈਠਾ ਹੈ, ਕੋਈ ਕਿਤੇ ਬੈਠਾ ਹੈ। ਉਹ ਸਾਰਾ ਜਿਹੜਾ ਸਮਗਲਿੰਗ ਹੋ ਕੇ ਜਾ ਰਿਹਾ। ਔਰ ਇਹ ਸਭ ਤੋਂ ਵੱਡੀ ਜਿਹੜੀ ਅਫਸੋਸ ਦੀ ਗੱਲ ਹੈ ਕਿ ਇਹਨੂੰ ਪੀ ਕੇ ਮਰਨ ਵਾਲੇ ਬੰਦੇ ਜਿਹੜੇ ਹੈ ਉਹ ਸਭ ਤੋਂ ਗਰੀਬ ਤਬਕੇ ਦੇ ਬੰਦੇ ਹੈ। ਜਿਹੜੇ ਬੰਦੇ ਤਨਾੜ ਹੈ ਜਾਂ ਜਿਹਨਾਂ ਦੀ ਜੇਬ 'ਚ 4 ਪੈਸੇ ਹੈ ਔਰ ਉਹ ਅੱਛੀ ਸ਼ਰਾਬ ਪੀਣਾ ਚਾਹੁੰਦੇ ਹੈ, ਉਹ ਤਾਂ ਸਰਵਾਈਵ ਕਰਦੇ ਹੈ। ਜਿਹੜੇ ਗਰੀਬਾਂ ਕੋਲ ਪੈਸੇ ਨਹੀਂ, ਉਹ ਫਿਰ ਇਹੋ ਜਿਹੀ ਜਿਹੜੀ ਪੁਆਇਜ਼ਨਸ ਚੀਜ਼ ਹੈ ਉਹ ਪੀ ਕੇ ਫਿਰ ਉਹ ਮਰਦੇ ਹੈ। ਔਰ ਜੋ ਇਹਦੇ ਵਿੱਚ ਹੁਣ ਦੇਖੋ, ਕੱਲ੍ਹ ਦੀ ਕੈਬਨਿਟ ਮੀਟਿੰਗ ਹੋਈ ਹੈ, ਉਹਦੇ ਵਿੱਚ ਕਈ ਵਜ਼ੀਰਾਂ ਨੇ ਵੀ ਰੌਲਾ ਪਾਇਆ ਕਿ CM ਸਾਹਿਬ, ਤੁਸੀਂ ਉੱਥੇ ਕਹਿ ਰਹੇ ਹੋ ਕਿ ਅਸੀਂ ਐਕਸ਼ਨ ਲੈ ਰਹੇ ਹਾਂ, ਉਹ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਅਸੀਂ ਜਿਹੜੀ ਇਮਦਾਦ ਵੀ ਦੇ ਰਹੇ ਹਾਂ। ਲੇਕਿਨ ਸਵਾਲ ਇਹ ਹੈ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਹੈ, ਜਿਹੜਾ ਜ਼ਿਲ੍ਹੇ ਦਾ ਹੈੱਡ ਹੈ, ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਹੋ ਰਿਹਾ? ਤਰਨਤਾਰਨ ਦੇ ਪੁਲਿਸ ਦਾ SSP ਜਿਹੜਾ ਹੈ ਉਹਦੇ ਖਿਲਾਫ ਹੋਣਾ ਚਾਹੀਦਾ ਹੈ। ਸਿਮਿਲਰਲੀ ਕਿ ਆਫਟਰ ਆਲ ਲਾਅ ਐਂਡ ਆਰਡਰ ਦੇ ਵੀ ਇੰਚਾਰਜ ਤਾਂ ਉਹ ਹੈਗੇ ਨਾ, ਤਾਂ ਉਹਦੇ ਜਵਾਬ ਦੇ ਵਿੱਚ CM ਸਾਹਿਬ ਨੇ ਬੜਾ ਜਵਾਬ ਦਿੱਤਾ ਕਿ ਵੀ ਇਸ ਤਰ੍ਹਾਂ ਇੰਚਾਰਜ ਤਾਂ ਮੈਂ ਹੈਗਾ, ਹੋਮ ਡਿਪਾਰਟਮੈਂਟ ਮੇਰੇ ਕੋਲ ਹੈ, ਐਕਸਾਈਜ਼ ਮੇਰੇ ਕੋਲ ਹੈ, ਅਤੇ ਤੁਸੀਂ ਹੁਣ ਕਹੋ ਕਿ ਮੇਰੇ ਖਿਲਾਫ ਵੀ ਐਕਸ਼ਨ ਲਾਓ। ਉਹ ਕਹਿੰਦੇ ਜੀ ਅਸੀਂ ਜਿਹੜੇ ਸੀ SHO ਜਿਹੜੇ ਆਹੋ ਜਿਹੜੇ ਕੰਸਰਨਡ SOC ਉਹਨਾਂ ਨੂੰ ਸਸਪੈਂਡ ਕਰਤਾ। ਉਹ SSPਆਂ ਦੇ ਪਿੱਛੇ ਦੀ ਨਵੀਂ ਟਰਾਂਸਫਰ ਹੋਈ ਹੈ, ਇਸ ਕਰਕੇ ਨਵੀਂ ਟਰਾਂਸਫਰ ਨਹੀਂ ਹੋ ਸਕਦੀ। ਜਿਸ ਦਾ ਕਹਿਬ ਹੈ ਕਿ ਨੈਟਵਰਕ ਕੀ ਹੈ, ਉਹਦੀਆਂ ਉਹਨੇ DGP ਨੂੰ ਕਹਿ ਕੇ ਉਹਨਾਂ ਨੇ 2 ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣਾਤੀਆਂ, ਔਰ ਉਹ ਜਾ ਕੇ ਤਫਤੀਸ਼ ਕਰਨਗੇ ਕਿੱਥੋਂ ਨਿਕਲਿਆ, ਕਿੱਥੇ ਜਾ ਰਿਹਾ। ਔਰ ਇਸ ਦੇ ਉੱਤੇ ਐਜ਼ ਯੂਜੂਅਲ ਇਹ ਜੀ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਾਂਗਰਸੀ ਆਪਸ 'ਚ ਭਿੜ ਗਏ ਆ। ਅਕਾਲੀ ਦਲ ਜਿਹੜਾ ਉਹ ਡਿਮਾਂਡ ਕਰਨ ਲੱਗੇ CBI ਇਨਕੁਆਇਰੀ ਕਰੋ, ਚੀਫ ਮਿਨਿਸਟਰ ਅਸਤੀਫਾ ਦੇਵੇ।
ਉਹ ਜਿਹੜੇ ਹੁਣ ਇਸ ਵੇਲੇ ਗੱਲ ਕਰ ਰਹੇ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਡੈਪੂਟੇਸ਼ਨ ਲੈ ਕੇ ਗਵਰਨਰ ਪੰਜਾਬ ਨੂੰ ਮਿਲ ਰਹੇ ਹੈ ਔਰ ਉਹਨੂੰ ਮੈਮੋਰੈਂਡਮ ਦੇ ਰਹੇ ਕਿ ਇਹਨੂੰ ਡਿਸਮਿਸ ਕਰੋ, ਔਰ ਕੱਲ੍ਹ ਤੋਂ ਧਰਨਾ ਲਾ ਰਹੇ ਹੈ। ਸਿਮਿਲਰਲੀ ਜਿਹੜੀ ਭਾਜਪਾ ਹੈ ਉਹ ਡਿਮਾਂਡ ਕਰ ਰਹੀ ਹੈ ਇਸ CBI ਦੀ ਇਨਕੁਆਇਰੀ ਕਰੋ। ਉਹਨਾਂ ਦੇ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੱਲ੍ਹ ਸੈਂਟਰ ਦੇ ਵਿੱਚ ਫੋਨ ਕਰਕੇ ਗੱਲ ਕਹੀ ਹੈ ਕਿ ਜੀ ਫੌਰਨ ਇੱਥੇ ਭੇਜੋ, ਇੱਥੇ ਬੜੀ ਭਾਰੀ ਟ੍ਰੈਜਡੀ ਹੋ ਗਈ ਹੈ। ਔਰ ਜਿਹੜੇ ਕਾਂਗਰਸ ਦੇ ਵਿੱਚ ਜਿਹੜੀ ਘਮਾਸਾਨ ਸ਼ੁਰੂ ਹੋਇਆ ਹੈ ਉਹ ਸਭ ਤੋਂ ਇੰਟਰਸਟਿੰਗ ਹੈ ਕਿ ਪਾਰਟੀ ਦੇ ਦੋ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਦੋਨੋਂ ਗਵਰਨਰ ਨੂੰ ਮਿਲ ਕੇ ਜਿਹੜੇ ਇਸ ਤੇ ਇਨਕੁਆਇਰੀ ਦੀ ਮੰਗ ਕਰ ਰਹੇ ਹੈ। ਔਰ ਇਹ ਉਹਨਾਂ ਦਾ ਮਕਸਦ ਦੇਖੋ, ਆਪਾਂ ਸਾਰੇ ਜਾਣਦੇ ਹਾਂ ਕਿ ਦੋਨਾਂ ਦੇ ਰਿਸ਼ਤੇ ਜਿਹੜੇ ਹੈ ਕੈਪਟਨ ਅਮਰਿੰਦਰ ਸਿੰਘ ਨਾਲ ਸੁਖਾਵੇਂ ਨਹੀਂ ਹੈ। ਸ਼ਮਸ਼ੇਰ ਸਿੰਘ ਦੁੱਲੋ ਦੀ ਤਾਂ ਹਾਲਤ ਇਹ ਸੀ ਕਿ ਤੁਹਾਨੂੰ ਯਾਦ ਹੋਣਾ ਜਿਸਲੇ ਰਾਜ ਸਭਾ ਦਾ ਇਲੈਕਸ਼ਨ ਹੋਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਸਭਾ ਦੀ ਸੀਟ ਜਿਹੜੀ ਪੰਜਾਬ ਤੋਂ ਖਾਲੀ ਹੋਈ ਸੀ ਉਹਦੇ ਲਈ ਸੋਨੀਆ ਗਾਂਧੀ ਨੂੰ ਜਾ ਕੇ ਕਿਹਾ ਹਜੂ ਆਪਾਂ ਕਰਨ ਲੱਗੇ ਹਾਂ, ਇਹਦਾ ਪੰਜਾਬ ਦੀ ਕਾਂਗਰਸ ਨਾਲ ਕੀ ਤਲਕ ਹੈ, ਇਹਨਾਂ ਦਾ ਪੰਜਾਬ ਦੀ ਸਟਰਗਲ ਦੇ ਵਿੱਚ ਕੀ ਹਿੱਸਾ ਹੈ। ਸਿਰਫ ਕੈਪਟਨ ਸਾਹਿਬ ਆਪਣੇ ਬੰਦੇ ਨੂੰ ਖੁਸ਼ ਕਰਨ ਨੂੰ ਲੈ ਕੇ ਆ ਰਹੇ ਹੈ। ਔਰ ਸੋਨੀਆ ਗਾਂਧੀ ਨੇ ਉਸੇ ਵੇਲੇ ਕੈਪਟਨ ਅਮਰਿੰਦਰ ਦੀ ਜਿਹੜੀ ਰੈਕਮੈਂਡੇਸ਼ਨ ਸੀ ਉਸ 'ਤੇ ਕਾਟਾ ਮਾਰਦੇ ਹੋਏ ਦੁੱਲੋ ਨੂੰ ਹੀ ਪਾਰਟੀ ਦੀ ਟਿਕਟ ਦਿੱਤੀ ਔਰ ਉਹ ਇਲੈਕਟ ਹੋ ਗਏ। ਔਰ ਦੁੱਲੋ ਦੀ ਔਰ ਕੈਪਟਨ ਅਮਰਿੰਦਰ ਦੀ ਪੁਰਾਣੀ ਲਾਗਤਬਾਜ਼ੀ ਹੈ। ਸਿਮਿਲਰਲੀ ਪ੍ਰਤਾਪ ਸਿੰਘ ਬਾਜਵਾ ਜਿਹੜਾ ਹੈ, ਤੁਹਾਨੂੰ ਯਾਦ ਹੋਣਾ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਕੈਪਟਨ ਅਮਰਿੰਦਰ ਖੁਦ ਜਿਹੜੇ ਹੈ ਪਾਰਟੀ ਦਾ ਪ੍ਰਧਾਨ ਬਣੇਗੀ। ਸੋ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਖਿੱਚੋਤਾਣ ਹੈ ਉਹ ਚੱਲ ਰਹੀ ਹੈ। ਔਰ ਸਭ ਤੋਂ ਅਫਸੋਸ ਦੀ ਗੱਲ ਹੈ ਵੈ ਕਿ ਸੈਂਟਰ ਦੇ ਵਿੱਚ ਕਾਂਗਰਸ ਹਾਈ ਕਮਾਂਡ ਦੇ ਵਿੱਚ ਕੋਈ ਵੀ ਪੰਜਾਬ ਵੱਲ ਧਿਆਨ ਦੇਣ ਦੇ ਨਾ ਕਾਬਲ ਹੈ, ਨਾ ਹੀ ਉਹਨਾਂ ਕੋਲ ਵੇਲ ਹੈਗਾ, ਉਹਨਾਂ ਨੂੰ ਆਪਣੀ ਪਈ ਹੋਈ ਹੈ। ਔਰ ਪੰਜਾਬ ਦੇ ਵਿੱਚ ਜੋ ਜਿਹੜੀ ਜੋ ਗੋਰਖ ਧੰਦਾ ਚੱਲ ਰਿਹਾ ਇਹ 'ਚ ਗਰੀਬ ਆਦਮੀ ਪਿਸ ਰਿਹਾ। ਸਰ ਇੱਕ ਸਵਾਲ ਜਿਹੜਾ ਹੈਗਾ ਤੁਸੀਂ ਇੱਕ ਸਵਾਲ ਮੈਂ ਪੋਲੀਟੀਕਲ ਤੌਰ 'ਤੇ ਅੱਗੇ ਜਾਣ ਤੋਂ ਪਹਿਲਾਂ ਜਿੱਦਾਂ ਤੁਸੀਂ ਕਹਿ ਰਹੇ ਕਿ ਕੇਂਦਰ ਦੇ ਵਿੱਚ ਇਹਨਾਂ ਦੀ ਲੀਡਰਸ਼ਿਪ ਕਮਜ਼ੋਰ ਹੈ, ਆਪਾ ਧਾਪੀ ਮੱਚੀ ਵੀ ਹੈ। ਹੁਣ ਸੁਨੀਲ ਜਾਖੜ ਨੇ 2 ਸਾਬਕਾ ਪ੍ਰਧਾਨਾਂ ਦਾ ਨਾਂ ਰਿਕਮੈਂਡ ਕਰਕੇ ਭੇਜਤਾ ਕਿ ਜੇ ਪੰਜਾਬ ਦੇ ਵਿੱਚ ਡਿਸਿਪਲਿਨ ਰੱਖਣਾ ਤਾਂ ਇਹਨਾਂ ਦੀ ਛੁੱਟੀ ਕਰੋ, ਦੋਨਾਂ ਸਾਬਕਾ ਪ੍ਰਧਾਨਾਂ ਦੀ। ਜਿੱਦਾਂ ਦੀ ਕਾਂਗਰਸ ਦੀ ਉੱਪਰ ਹਾਲਤ ਹੈ, ਕੀ ਲੱਗਦਾ ਕਿ 2 ਰਾਜ ਸਭਾ ਮੈਂਬਰ ਹੈ ਉਹਨਾਂ ਦੀ ਕੁਰਬਾਨੀ ਦੇ ਦੇਗੀ ਕਾਂਗਰਸ? ਸਵਾਲ ਹੀ ਪੈਦਾ ਨਹੀਂ ਹੁੰਦਾ ਜੀ, ਸਵਾਲ ਹੀ ਪੈਦਾ ਨਹੀਂ ਹੁੰਦਾ। ਮੇਰੇ ਖਿਆਲ ਸੁਨੀਲ ਜਾਖੜ ਜਿਹੜੇ ਹੈ ਸਿਰਫ ਕਾਗਜ਼ੀ ਕਾਰਵਾਈ ਇੱਕ ਪਾਸੇ ਕਾਗਜ਼ੀ ਕਾਰਵਾਈ ਕਰ ਰਹੇ ਹੈ ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਨੂੰ ਖੁਸ਼ ਕਰਨ ਲਈ ਇਹੋ ਜਿਹੀ ਡਿਮਾਂਡ ਕਰ ਰਹੇ ਹੈ ਕਿਉਂਕਿ ਕੈਪਟਨ ਖੁਦ ਇਸ ਗੱਲ 'ਤੇ ਸ਼ਾਇਦ ਓਪਨਲੀ ਨਾ ਆ ਸਕੇ ਤਾਂ ਉਹਨਾਂ ਨੇ ਇਹਨਾਂ ਨੂੰ ਇਸ਼ਾਰਾ ਕੀਤਾ ਵੀ ਤੂੰ ਕਹਿ ਇਹਨਾਂ ਦੇ ਖਿਲਾਫ ਐਕਸ਼ਨ ਲਾਓ। ਮੇਰਾ ਖਿਆਲ ਉੱਥੇ ਕੋਈ ਐਕਸ਼ਨ ਵਗੈਰਾ ਹੋਣਾ ਨਹੀਂ, ਲੇਕਿਨ ਇਸ 'ਤੇ ਜਿਹੜੀ ਸਿਆਸਤ ਹੈ ਬੜੀ ਖੁੱਲ੍ਹ ਕੇ ਹੋ ਰਹੀ ਹੈ। ਔਰ ਪੰਜਾਬ ਦੀ ਜਨਤਾ ਉਹ ਜਿਹੜੇ ਵਿਕਟਮ ਜਿਹੜੇ ਹੈ, ਔਰ ਸਭ ਤੋਂ ਵੱਡੀ ਗੱਲ ਜਿਹੜਾ ਇਹ ਸ਼ਰਾਬ ਮਾਫੀਆ ਜਿਹੜਾ ਹੈ ਇਹ ਚਾਰੋਂ ਪਾਸੇ ਆਪਣਾ ਜਾਲ ਵਿਛਾਈ ਬੈਠਾ ਹੈ, ਇਹਦੇ ਖਿਲਾਫ ਕੋਈ ਐਕਸ਼ਨ ਹੋ ਨਹੀਂ ਰਿਹਾ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਜਿੰਨੇ ਦਰਿਆਈ ਕੰਢੇ ਹੈ ਉੱਥੇ ਇਹ ਨਜਾਇਜ਼ ਸ਼ਰਾਬ ਕੱਢਣ ਦਾ ਧੰਦਾ ਬੜਾ ਦੂਰੋਂ ਸੁਣਨ ਨਾਲ ਚੱਲਦਾ ਹੈ। ਜਿਹੜਾ ਮੰਡ ਏਰੀਆ ਹੈ ਜਿਹੜਾ ਕਿ 2 ਦਰਿਆਵਾਂ ਦੇ ਵਿੱਚ ਬਾਰਡਰ ਏਰੀਆ ਦੇ ਵਿੱਚ ਆਉਂਦਾ ਹੈ ਉਹ ਇਸ ਗੱਲ 'ਤੇ ਲਈ ਮਸ਼ਹੂਰ ਹੈ, ਅੱਜ ਤੋਂ ਨਹੀਂ ਸਾਲੋਂ ਸਾਲ ਤੋਂ ਮਸ਼ਹੂਰ ਹੈ। ਉੱਥੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਬੇਰੋਕ ਟੋਕ, ਕਿਉਂਕਿ ਉਹ ਆਈ ਟਾਪੂ ਬਣਿਆ ਹੋਇਆ। ਪੁਲਿਸ ਵਾਲੇ ਆਮ ਤੌਰ 'ਤੇ ਜਾਂਦੇ ਨਹੀਂ, ਜਿਹੜੇ ਜਾਂਦੇ ਤਾਂ ਉਹਨਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਕਿਸ਼ਤੀਆਂ ਦੇ ਵਿੱਚ ਆ ਰਹੇ ਹੈ ਤਾਂ ਉਹ ਕੰਮ ਧੰਦਾ ਕਰਕੇ ਪਾਰ ਹੋ ਜਾਂਦੇ ਹੈ। ਤਾਂ ਇਹਦੇ 'ਤੇ ਬੜਾ ਔਰਗੇਨਾਈਜ਼ ਢੰਗ ਨਾਲ ਕਰਨਾ ਪਏਗਾ, ਅਦਰਵਾਈਜ਼ ਪੰਜਾਬ ਦੀ ਜਨਤਾ ਖਾਸ ਤੌਰ 'ਤੇ ਗਰੀਬ ਤਬਕਾ ਇਸੇ ਤਰ੍ਹਾਂ ਕੀੜੇ ਮਕੌੜੇ ਦੀ ਤਰ੍ਹਾਂ ਮਰਦਾ ਰਹੇਗਾ। ਓਕੇ, ਥੈਂਕ ਯੂ ਪ੍ਰਾਸ਼ਰ ਜੀ। ਪ੍ਰੋਫੈਸਰ ਮਨਜੀਤ ਸਿੰਘ ਜੀ, ਜਿੱਦਾਂ ਪ੍ਰਾਸ਼ਰ ਜੀ ਉਹਨਾਂ ਨੇ ਜਿੱਥੇ ਲਿਆ ਕੇ ਗੱਲ ਖੜੀ ਕੀਤੀ ਹੈ ਕਿ ਜੋ ਕੁਝ ਪੰਜਾਬ 'ਚ ਵਾਪਰ ਰਿਹਾ ਬਹੁਤ ਵੱਡੀ ਪੱਧਰ 'ਤੇ ਨਸ਼ਾ ਤਸਕਰੀ ਦੀ ਗੱਲ ਪੋਲੀਟੀਕਲ ਘਮਸਾਨ ਰੂਲਿੰਗ ਗਰੁੱਪ ਦੇ ਵਿੱਚ ਮੱਚਿਆ ਹੈ, ਇਹਦੇ ਬਾਵਜੂਦ ਵੀ ਕੋਈ ਨਤੀਜਾ ਕੋਈ ਗੱਲ ਕਿਸੇ ਕੰਢੇ ਸਿਰੇ ਲੱਗਦੀ ਨਜ਼ਰ ਨਹੀਂ ਆਉਂਦੀ। ਪ੍ਰੋਫੈਸਰ ਮਨਜੀਤ ਸਿੰਘ ਸਮਾਜਿਕ ਵਰਤਾਰੇ ਦੇ ਤੌਰ 'ਤੇ ਵੀ ਤੁਸੀਂ ਬਹੁਤ ਤੁਹਾਡਾ ਤਜਰਬਾ, ਸਾਰੀਆਂ ਘਟਨਾਵਾਂ ਨੂੰ ਬੜਾ ਵਾਚਦੇ ਹੋ, ਕਿਵੇਂ ਲੱਗਦਾ ਜੋ ਕੁਝ ਪੰਜਾਬ 'ਚ ਵਾਪਰ ਰਿਹਾ? ਦੇਖੋ ਇੱਕ ਗੱਲ ਤੇ ਬੜੀ ਸਾਫ਼ ਆ, ਇਸ ਘਟਨਾ ਨੇ ਦਿਖਾ ਦਿੱਤਾ, ਵੈਸੇ ਤਾਂ ਪਹਿਲਾਂ ਵੀ ਪਤਾ ਹੀ ਹੈ ਕਿ ਜਨਰਲੀ ਪੰਜਾਬ ਦੇ ਅੰਦਰ ਇੱਕ ਰਾਜਨੀਤਿਕ ਉਥਲ ਪੁਥਲ ਹੋ ਗਈ ਹੈ। ਕਿਸੇ ਨੂੰ ਕੋਈ ਨਹੀਂ ਆਪਾ ਥਾਪੀ ਜਿਵੇਂ ਪੈਂਦੀ ਹੈ, ਜਿਵੇਂ ਕੋਈ ਕਿਸੇ ਵੇਲੇ ਵੱਡੇ ਰੌਲੇ ਪੈ ਜਾਣ ਤੇ ਆਪਾ ਥਾਪੀ ਪੈ ਜਾਂਦੀ ਹੈ। ਇਸ ਵੇਲੇ ਰਾਜਨੀਤੀ 'ਚ ਬਹੁਤ ਹੀ ਖਲਾ ਵਾਈਡ ਆਪਾ ਥਾਪੀ ਪਈ ਹੋਈ ਆ, ਕਿਸੇ ਦਾ ਕੋਈ ਪਤਾ ਨਹੀਂ ਲੱਗਦਾ। ਜਾਣੀ ਉਧਰ ਅਕਾਲੀ ਦਲ ਆ ਤੇ ਉਹਨਾਂ ਦੇ ਵਿੱਚੋਂ ਹੀ ਧੜੇ ਨਿਕਲ ਕੇ ਉਹਨਾਂ ਨੂੰ ਦੇਤਰੇ ਦੀ ਲੱਗੇ ਹੋਏ ਆ, 2 ਰੋਜ਼ ਕੁੱਟਣ ਮਾਰਨ, ਗੱਲਾਂ ਬਾਤਾਂ ਬਿਆਨ, ਉਹਨੂੰ ਅੰਦਰ ਕਰ ਲਾ, ਉਹਨੂੰ ਬਾਹਰ ਕਰ ਲਾ, ਇਸ ਤਰ੍ਹਾਂ ਕਰ ਲਾ, ਛੱਡਣਾ ਨਹੀਂ ਅਸੀਂ ਅਕਾਲੀ ਦਲ, ਉਹ ਕਹਿੰਦੇ ਅਸੀਂ ਅਕਾਲੀ ਦਲ। ਇੱਧਰ ਕਾਂਗਰਸ ਦਾ ਦੇਖੋ ਇਹਦੇ ਤੇ ਇਸ ਤਰ੍ਹਾਂ ਲੱਗੇ ਹੋਏ ਆ।
ਪਹਿਲੀ ਗੱਲ ਤੇ ਇਹੀ ਹੈ ਕਿ ਇਹ ਨਿਕਲਦਾ ਕਿਉਂ ਆ? ਨਿਕਲਦਾ ਇਸੇ ਕਰਕੇ ਕੰਮ ਕੋਈ ਨਹੀਂ ਕਰਨਾ ਚਾਹੁੰਦਾ, ਸੱਤਾ ਚਾਹੁੰਦੇ ਆ। ਇਹੀ ਕਾਰਨ ਹੈ ਕਿ ਪੰਜਾਬ ਦੀ ਜੋ ਅੱਜ ਦੁਰਦਸ਼ਾ ਹੋਈ ਹੈ ਸਾਰੇ ਫਰੰਟ ਦੇ ਉੱਤੇ, ਜਿਹੜੇ ਵੀ ਸੱਤਾ ਚਾਹੁੰਦੇ ਆ ਉਹ ਸੱਤਾ ਦਾ ਆਨੰਦ ਮਾਣਨ ਲਈ ਆਉਂਦੇ ਆ। ਜਿਹੜੀ ਗੱਲ ਪਹਿਲਾਂ ਹਰਕਮਲ ਜੀ ਨੇ ਕਹੀ ਹੈ, ਉਹ ਕੰਮ ਕਰਨ ਦੇ ਆਉਂਦੇ ਹੀ ਨਹੀਂ, ਨਾ ਕੰਮ ਦੀ ਮਨਸ਼ਾ ਹੈ। ਜਿਵੇਂ ਕੋਈ ਅੱਜ IAS ਦੀ ਬੱਚੇ ਤਿਆਰੀ ਕਰਦੇ ਆ, ਉਹ ਕਿਤੇ ਦੇਸ਼ ਦੀ ਸੇਵਾ ਕਰਨ ਲਈ ਆਉਂਦੇ ਆ। ਕੋਈ ਹੋਊਗਾ ਫਿਰ ਲਾਵਾਂਜਾ ਉਹਨੂੰ ਨੁੱਕਰੇ ਲਾ ਕੇ ਰੱਖਦੇ, ਬਾਕੀ ਸਾਰੇ ਆਪਣੀ ਜਿਹੜੀ ਆ ਕੰਫਰਟ ਦੇ ਲਈ ਆਉਂਦੇ ਆ ਵੀ ਇੱਥੇ ਮਜ਼ਾ, ਬਹੁਤ ਚੰਗਾ ਵਿਆਹ ਹੋ ਜਾਂਦਾ ਤੇ ਬਹੁਤ ਸਾਰੀ ਸਹੂਲਤਾਂ ਆ, ਹੋਰ ਕੋਈ ਦੇਸ਼ ਸੇਵਾ ਨਹੀਂ। ਇਹੀ ਪੋਲਿਟਿਕਸ ਦਾ ਹੋ ਗਿਆ। ਇਸ ਲਈ ਮੇਰਾ ਤੇ ਇਹ ਸੋਚਣਾ ਹੈਗਾ ਕਿ ਜੇ ਜਦ ਤੱਕ ਪੰਜਾਬ ਦੇ ਵਿੱਚ ਕੋਈ ਫੰਡਾਮੈਂਟਲੀ ਡਿਫਰੈਂਟ ਕਿਸਮ ਦੀ ਰਾਜਨੀਤੀ ਜਾਂ ਡਿਫਰੈਂਟ ਕਿਸਮ ਦੇ ਲੋਕਾਂ ਵੱਲੋਂ ਮਾਹੌਲ ਪੈਦਾ ਨਹੀਂ ਹੁੰਦਾ, ਇੱਥੇ ਇਹੀ ਕੁਝ ਚੱਲਦਾ ਰਹਿਣਾ, ਕੋਈ ਬਹੁਤਾ ਫਰਕ ਨਹੀਂ ਪੈਣਾ। ਇਹੀ ਗੱਲ ਤੁਸੀਂ ਪਹਿਲਾਂ ਸੁਣੀ ਤਾਂ ਪਟਾਕੇ ਸੀ, 24 ਬੰਦੇ ਮਰ ਗਏ ਸੀ ਇਸੇ ਬਟਾਲੇ ਦੇ ਵਿੱਚ। ਉਦੋਂ ਪਹਿਲਾਂ ਇਹੋ ਜਿਹਾ ਜ਼ਹਿਰੀਲੀ ਸ਼ਰਾਬ ਦੇ ਨਾਲ ਥੋੜੇ ਬਹੁਤ ਬੰਦੇ ਅਕਾਲੀਆਂ ਵੇਲੇ ਵੀ ਮਰਦੇ ਰਹੇ ਆ। ਹੁਣ ਜਿਹੜੀ ਇਹ ਗੱਲ ਹੋਈ ਆ, ਤੁਸੀਂ ਆਪਣੇ ਤੌਰ ਤੇ ਅੰਦਾਜ਼ਾ ਲਾ ਕੇ ਦੱਸੋ। ਬਿਲਕੁਲ, ਤੁਸੀਂ ਆਪਣੇ ਤੌਰ ਤੇ ਅੰਦਾਜ਼ਾ ਲਾ ਕੇ ਦੱਸੋ, ਸੁਣੋ, ਸੋਚੋ। ਬਿਲਕੁਲ, ਥੋੜਾ ਜਿਹਾ ਤੁਸੀਂ ਇਸ ਗੱਲ ਦੀ ਸੋਚਣ ਦੀ ਹੈਗੀ ਹੈ ਕਿ 100-125 ਬੰਦਾ ਹੂਚ ਪੀ ਕੇ ਮਰ ਜਾਏ ਔਰ ਸਾਰੇ ਦੇ ਸਾਰੇ ਗਰੀਬ। ਔਰ ਜਿਹੜਾ ਸਾਡੇ ਚੀਫ ਮਿਨਿਸਟਰ ਸਾਹਿਬ ਆ, ਜਿਹੜੇ ਹੋਮ ਮਿਨਿਸਟਰ ਵੀ ਹੈ, ਇੱਕ ਵਾਰੀ ਵੀ ਉਹਨਾਂ ਦੇ ਮੂੰਹ ਚੋਂ ਨਹੀਂ ਨਿਕਲੇਗਾ ਮੈਂ ਜ਼ਿੰਮੇਵਾਰ ਹਾਂ, ਮੈਂ ਰਜਾਈਨ ਦੇਣਾ। ਕਿਉਂ ਨਹੀਂ ਵੀ? ਕਦੋਂ ਰਜਾਈਨ ਦੇਣਾ? ਕਿਹਦੀ ਜ਼ਿੰਮੇਵਾਰੀ ਹੈ? ਨਾ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ, ਨਾ DGP ਦੀ ਜ਼ਿੰਮੇਵਾਰੀ, ਨਾ ਵਿੰਨੀ ਮਹਾਜਨ ਦੀ ਜ਼ਿੰਮੇਵਾਰੀ, ਨਾ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ। ਜ਼ਿੰਮੇਵਾਰੀ ਕਿਹਦੀ? ਉਹ ਜਿਹੜੇ ਥੱਲੇ ਵਿਚਾਰੇ SHO ਹੋ ਗਏ, ਕੋਈ ਹੋਰ ਥੱਲੇ ਵਾਲਾ ਪੈਰਾਫਰਨੇਲੀਆ ਚੱਕ ਕੇ 7-8 ਬੰਦਿਆਂ ਦੇ ਕੇਸ ਪਾ ਦੇਣਗੇ, ਉਹਨਾਂ ਨੂੰ ਅੰਦਰ ਸੁੱਟ ਦੇਣਗੇ, ਉਹ ਸੜਦੇ ਰਹਿਣਗੇ। ਜਿਹੜੇ ਕਰਵਾ ਰਹੇ ਆ, ਜਿਨ੍ਹਾਂ ਨੇ 6-7 ਹਜ਼ਾਰ ਕਰੋੜ ਰੁਪਏ ਨੂੰ ਚੂਨਾ ਲਾਤਾ। ਜੀ ਪ੍ਰੈਸਾ, ਜਿਹੜਾ ਜੋ ਪੰਜਾਬ ਦਾ ਮਾਹੌਲ ਬਣਿਆ ਵਾ, ਮੈਂ ਅੱਗੇ ਬ੍ਰੇਕ ਤੇ ਵੀ ਜਾਣਾ, ਪਰ ਜਵਾਬ ਜ਼ਰੂਰ ਲੈਣਾ ਚਾਹਾਂਗਾ ਛੋਟਾ ਜਿਹਾ। ਜਿਹੜੇ SHO ਦੀ ਤੁਸੀਂ ਵੀ ਗੱਲ ਕਰਦੇ ਆ, ਉਹਦੇ ਵਿਚਾਰੇ ਮਿਹਨਤ ਕਰਕੇ ਮਹੀਨਾ ਦੇ ਕੇ ਲੱਗੇ ਹੁੰਦੇ ਆ, ਉਹਦੇ ਅੱਗੇ ਭੇਂਟਾ ਕਰਕੇ ਲੱਗੇ ਹੁੰਦੇ। ਆਮ ਤੌਰ ਤੇ ਮੈਨੂੰ ਨਹੀਂ ਲੱਗਦਾ ਕੋਈ SHO ਦਾ ਜਾਂ ਕੋਈ ਥਾਣਾ ਜਿਹੜਾ ਹੈਗਾ ਉਹ ਫ੍ਰੀ ਖਾਤੇ 'ਚ ਲੱਗਦਾ ਹੋਏਗਾ। ਨਹੀਂ, ਕੋਈ ਵੀ ਨਹੀਂ ਹੈ। ਉਹ ਤੇ ਥਾਣੇ ਵੇਖਦੇ ਆ, ਅੱਜ ਦੇ ਨਹੀਂ, ਅੱਜ ਤੋਂ 40 ਸਾਲ ਪਹਿਲਾਂ ਦਾ ਮੈਨੂੰ ਪਤਾ। ਜਿਹੜੇ ਬਾਰਡਰ ਦੇ ਥਾਣੇ, ਉਹਨਾਂ ਦੀ ਸਭ ਤੋਂ ਵੱਧ ਕੀਮਤ ਹੈ, ਕਿਉਂਕਿ ਉੱਥੇ ਸਮਗਲਿੰਗ ਹੁੰਦੀ ਸੀਗੀ। ਉਹ ਅੱਜ ਵੀ ਹੈਗਾ। ਥਾਣੇ 'ਚ ਜਿਹਨੇ ਬਦਲੀ ਕਰਾਉਣੀ ਆ, ਪੈਸਾ ਦੇ ਕੇ ਹੁੰਦੀ ਹੈ ਉਹ। ਤੇ ਹੁਣ ਮੈਂ ਕਹਿੰਦਾ, ਜਦ ਸਾਨੂੰ ਪਤਾ, ਤੁਹਾਨੂੰ ਪਤਾ, ਅੱਜ ਤੋਂ 40 ਸਾਲ ਪਹਿਲਾਂ ਦਾ ਪਤਾ, ਇਹ ਨਿਜ਼ਾਮ ਕਦੋਂ ਸੁਧਰੂਗਾ? ਵੀ ਇੱਕੋ ਹੀ ਸਾਡੀ ਹੈ ਕਿ ਜਿਹੜੇ ਅਸੀਂ ਲੋਕ ਹੈ, ਅਸੀਂ ਵੀ ਕਿੰਨਾ ਇਸ ਗੱਲ ਨੂੰ ਨੋਰਮਲ ਲੈਂਦੇ ਹਾਂ ਕਿ ਇਹੀ ਕੁਝ ਹੋਣਾ। ਨਹੀਂ ਤੇ ਕੋਈ ਵੀ ਦੇਸ਼ ਹੋਰ ਹੋਵੇ ਤੇ ਐਡੀ ਵੱਡੀ ਦੁਰਘਟਨਾ ਜਾਣ-ਬੁੱਝ ਕੇ ਕੀਤੀ ਹੋਵੇ। ਜਾਣ-ਬੁੱਝ ਕੇ ਮੈਂ ਇਸ ਕਰਕੇ ਕਹਿੰਦਾ ਕਿ ਸਾਰਾ ਕੁਝ ਪਹਿਲਾਂ ਪਤਾ ਸੀ। ਪੱਠੀਆਂ ਫੜੀਆਂ ਗਈਆਂ, ਜੌਨੀ ਵਾਕਰ ਦੀਆਂ ਜਾਲੀ, ਜਿਹੜੀ ਇਥਨੋਲ ਨਿਊਟਰਲ ਜਿਹੜੀ ਅਲਕੋਹਲ ਆ, ENA ਜਿਹਨੂੰ ਕਹਿੰਦੇ, ਇਥਨੋਲ ਨਿਊਟਰਲ ਅਲਕੋਹਲ, ਜਿਹਦੇ ਤੋਂ ਜੌਨੀ ਵਾਕਰ ਦੀ ਬੋਤਲ 300 ਰੁਪਏ ਦੇ ਨਾਲ 3-3000 ਦਾ 6-7 ਦੀ ਬੋਟਲ ਬਣਦੀ, ਸਾਰੇ ਫੜੇ ਗਏ ਨਾ। ਉਹਦੇ ਬਾਵਜੂਦ ਜਦੋਂ ਕੁਝ ਨਹੀਂ ਕੀਤਾ ਸਿੱਧੂ ਸਾਹਿਬ, ਹਾਂ ਮਿਹਰਬਾਨੀ ਹੋ ਗਈ ਹੈ, ਮੈਂ ਠੀਕ ਹੈ। ਤੇ ਇਸ ਕਰਕੇ ਮੇਰਾ ਤੇ ਇੰਨਾ ਹੀ ਕਹਿਣਾ ਹੈ ਕਿ ਜਦ ਇਸੇ ਇਸ਼ੂ ਤੇ ਤੁਹਾਡੇ ਵੱਲ ਦੁਬਾਰਾ ਆ ਰਹੇ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਤੇ ਇਸੇ ਮੁੱਦੇ ਤੇ ਵਾਪਸ ਆ ਰਹੇ ਹਾਂ। ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਰਾਜਸੀ ਧਿਰਾਂ, ਸੱਤਾ 'ਚ ਕੌਣ ਸੀ ਤੇ ਅੱਜ ਕੌਣ ਹੈ। ਜਿੱਦਾਂ ਸਾਡੇ ਮਹਿਮਾਨਾਂ ਦੀ ਵੀ ਰਾਇ ਹੈ ਕਿ ਜਿਸ ਤਰੀਕੇ ਨਾਲ ਪੰਜਾਬ 'ਚ ਘਰ 70 ਵਿਛ ਰਹੀ ਹੈ, ਕੌਣ ਹੈ ਜ਼ਿੰਮੇਵਾਰ ਤੇ ਕਿਉਂ ਸਿੱਕੀਆਂ ਜਾਂਦੀਆਂ ਰਾਜਸੀ ਰੋਟੀਆਂ, ਇਨ੍ਹਾਂ ਹੀ ਮਾਮਲਿਆਂ ਤੇ ਕਰਾਂਗੇ ਚਰਚਾ ਨਿੱਕੀ ਜੀ ਬ੍ਰੇਕ ਦੇ ਬਾਅਦ। ਬ੍ਰੇਕ ਦੇ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਆਪਣੀ ਗੱਲ ਮੁਕੰਮਲ ਕਰ ਰਹੇ ਸੀ, ਪਲੀਜ਼। हाँ, नहीं मेरा कोई बहुत नहीं है। देखो, हालत हाहाकार मैं इस करके कहना कि अपनियां पार्टियां दे बंदे ही बर्दाश्त नहीं कर रहे। जे तुसी अंदाजा लाओ कि आम आदमी पार्टी ने सिटिंग हाई कोर्ट के जज की इनकुआयरी मंगी, पहले दिन अकाली दल ने भी इस तरह सिटिंग हाई कोर्ट के जज की इनकुआयरी मंगी, ते जेड़े बाजवा ते शमशेर सिंह दूलो आ, वो कहते जी सानू नहीं इन्हां ते विश्वास, सानू किसी पंजाब के उत्ते विश्वास नहीं है। अपनी पार्टी के बंदे वो कहते तुसी CBI की इनकुआयरी कराओ ते ED दी नाल कराओ। मैं इस गल दे जरूर हक दे विच हैगा कि भावें CBI की कराओ ते भावें सिटिंग जज की कराओ, SIT कुछ नहीं करना। वो ते तुसी 5 साल पहला 2 SIT बनिया, 6वीं SIT बनी है ਜਿਹੜੀ ਪੰਜਾਬ ਦੇ ਵਿੱਚ ਬਰਗਾੜੀ ਦੇ ਮਾਮਲੇ ਦੇ ਉੱਤੇ। ਕੁਛ ਨਹੀਂ ਫਰਕ ਪੈਂਦਾ, ਢੀਠ ਹੋ ਗਏ ਆ, ਥਿਕ ਸਕਿੰਡ ਹੋ ਗਏ ਆ, ਕਿਸੇ ਨੂੰ ਕੋਈ ਨਹੀਂ।
ਇਹ ਜਦ ਤੱਕ ਈਡੀ ਨਾਲ ਨਹੀਂ ਜੋੜਦੀ ਕਿ ਕਿੰਨਾ ਪੈਸਾ ਕਿਹਦੀ ਟ੍ਰਾਂਜੈਕਸ਼ਨ ਕਿੰਨਾ ਹੋਇਆ, ਜਿਹੜਾ ਪੰਜਾਬ ਦਾ 5-6 ਹਜ਼ਾਰ ਕਰੋੜ ਦਾ ਰੈਵਨਿਊ ਜਿਹੜਾ ਲੀਕਰ ਰਾਹੀਂ ਆਉਣਾ ਸੀ, ਉਹ ਸਾਫ਼ ਗ੍ਰਾਫ ਦਿਖਦਾ ਹੈ ਕਿ ਇਸ ਮਹੀਨੇ ਕਿੰਨਾ ਥੱਲੇ ਗਿਆ, ਇਸ ਮਹੀਨੇ ਕਿੰਨਾ ਥੱਲੇ ਗਿਆ। ਕਿਉਂ ਥੱਲੇ ਗਿਆ? ਕਿਉਂਕਿ ਆਹ ਕੰਮ ਨਾਲ ਸ਼ੁਰੂ ਹੋ ਗਿਆ। ਜਿੰਨਾ ਜਿਹੜਾ ਸੂਬੇ ਨੂੰ ਪੈਸਾ ਆਉਣਾ ਸੀਗਾ ਉਹ ਇਹਨਾਂ ਪੋਲੀਟੀਸ਼ੀਅਨਾਂ ਜਾਂ ਉਹਨਾਂ ਬੰਦਿਆਂ ਦੇ ਜਿਹੜੇ ਵੀ ਜੇਬਾਂ 'ਚ ਗਿਆ, ਉਹ ਜਦ ਤੱਕ ਲੱਭ ਕੇ ਉਹ ਪਿਨ ਡਾਊਨ ਨਹੀਂ ਹੁੰਦੇ। ਹੁਣ ਇਹ ਕਹਿੰਦੇ ਆ ਕਿ ਦੇਖੋ ਜੀ ਇਹ ਤੇ ਮਰਡਰ ਦੇ ਕੇਸ ਹੋਣੇ ਚਾਹੀਦੇ ਆ, ਇਹ ਤੇ FIR ਮਰਡਰ ਦੀ ਦਰਜ ਨੇ। ਇਹੀ ਕਿ ਚੀਫ ਮਿਨਿਸਟਰ ਕਿਹਦੇ ਦੇ ਦਰਜ ਹੋਵੇ ਪਈ? ਤੁਸੀਂ ਉਹ ਜਿਹੜੀਆਂ ਵਿਚਾਰੀਆਂ 10-10 ਬੋਤਲਾਂ 20-20 ਬੋਤਲਾਂ ਕਰਕੇ ਥੱਲੇ ਵਾਲੀਆਂ ਆਪਣਾ ਪੇਟ ਪਾਲ ਲਈਆਂ, ਉਹਨਾਂ ਨੇ ਤਾਂ ਕੋਈ ਮਹਿਲ ਨਹੀਂ ਸਾਰ ਲਏ, ਉਹਦੇ ਪਿੰਡਾਂ 'ਚ ਬੈਠੀਆਂ। ਜਗਤਾਰ ਜੀ ਇਹਦੇ ਨਾਲ ਇੱਕ ਜਿਹੜੀ ਹੋਰ ਗੱਲ ਹੈਗੀ ਹੈ, ਕੱਲ ਦੀ ਕੈਬਨਿਟ ਮੀਟਿੰਗ 'ਚ ਇੱਕ ਬੜੀ ਇੰਟਰਸਟਿੰਗ ਗੱਲ ਸਾਹਮਣੇ ਆਈ ਹੈ ਕਿ ਇੱਕ ਮੰਤਰੀ ਨੇ ਕਿਹਾ ਉੱਥੇ ਕਿ ਆਹ ਜਿਹੜੀ ਇਲਿਸਿਟ ਲਿਕਰ ਦੀ ਟ੍ਰੇਡ ਹੈ ਪੰਜਾਬ ਦੇ ਵਿੱਚ, ਉਹ ਕੋਈ 10,000 ਕਰੋੜ ਰੁਪਇਆ ਸਾਲਾਨਾ ਹੈਗੀ ਹੈ। 10,000 ਕਰੋੜ ਰੁਪਇਆ ਸਾਲਾਨਾ ਇਹ ਮੰਤਰੀ ਨੇ ਕਿਹਾ ਕੈਬਨਿਟ ਦੇ ਵਿੱਚ। ਉਹਦਾ ਕਹਿੰਦੇ ਕਿ ਇਹਦੇ ਵਿੱਚ ਜਿਹੜੇ ਬੰਦੇ ਸ਼ਾਮਲ ਹੈ ਉਹ ਕੋਈ ਇਹ ਨਹੀਂ ਕਿ ਪੁਲਿਸ ਨੂੰ ਪਤਾ ਨਹੀਂ, ਉਹਨਾਂ ਦੇ ਪਹਿਲੇ 10-10 15-15 ਕੇਸ ਪਹਿਲੇ ਹੀ ਹੈਗੇ ਆ ਇਸੇ ਕੰਮ ਲਈ। ਤਾਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਅੰਦਰ ਕਰਨਾ ਜਾਂ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਕਿੰਨਾ ਕੁ ਮੁਸ਼ਕਿਲ ਹੈ। ਮੈਂ ਸਮਝਦਾ ਹਾਂ ਕਿ ਜਿਹੜੀ ਪੰਜਾਬ ਸਰਕਾਰ ਇਸ ਵੇਲੇ ਗੱਲ ਕਰ ਰਹੀ ਹੈ, CM ਸਾਹਿਬ ਜਿਹੜੇ ਕਹਿ ਰਹੇ ਹੈ ਕਿ ਮਰਡਰ ਦਾ ਕੇਸ ਕਰੋ, ਕੰਪਨਸੇਸ਼ਨ ਦੇ ਦਿਓ, ਫੜ ਕੇ ਲਿਆਓ, 15 ਦਿਨਾਂ ਦੇ ਮੈਨੂੰ ਰਿਪੋਰਟ ਚਾਹੀਦੀ ਹੈ। ਇਹ ਸਾਰੀ ਫਾਇਰ ਫਾਈਟਿੰਗ ਹੈਗੀ ਹੈ ਕਿ ਜੀ ਅੱਗ ਲੱਗੀ ਹੈ, ਪਾਣੀ ਬੁਝਾਓ, ਕਿਸ ਤਰ੍ਹਾਂ ਆਪਣਾ ਕੰਮ ਟਪਾਓ। ਤੇ ਇਹਦੇ ਲਈ ਤਾਂ ਆਪਾਂ ਜੇ ਤਾਂ ਇਹਦੇ ਬਾਰੇ ਸੀਰੀਅਸ ਹੈ ਫਿਰ ਤਾਂ ਬੜਾ ਇੱਕ ਵਿਆਪਕ ਔਰ ਸਿੰਸੀਅਰ ਔਰ ਓਨੈਸਟ ਅਭਿਆਨ ਚਲਾਉਣਾ ਪਏਗਾ। ਅਦਰਵਾਈਜ਼ ਇਸੇ ਤਰ੍ਹਾਂ ਕੰਮ ਚੱਲੀ ਜਾਣਾ, ਪਹਿਲੇ ਵੀ ਚੱਲਦਾ ਸੀ, ਹੁਣ ਵੀ ਚੱਲਦਾ ਔਰ ਕੱਲ੍ਹ ਦਾ ਵੀ ਚੱਲਦਾ ਰਹੇਗਾ। ਸਰ ਤੁਸੀਂ ਆਪ ਹੀ ਜਿਹੜੀ ਫਿਗਰ ਕੋਡ ਕੀਤੀ ਹੈ 10,000 ਕਰੋੜ ਦੀ, ਜੇ ਕਰਦੇ ਆ ਜਿਹੜਾ ਨਜਾਇਜ਼ ਕਾਰੋਬਾਰ ਸ਼ਰਾਬ ਦਾ, ਉਹ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਕਿ 10 ਬੋਤਲਾਂ ਵੇਚਣ ਵਾਲੀ ਜਨਾਨੀ ਜਾਂ ਕੋਈ ਬੰਦਾ ਉਹ ਤਾਂ ਐਡਾ ਵੱਡਾ ਕਾਰੋਬਾਰ ਨਹੀਂ ਕਰ ਸਕਦਾ। ਇਹਦੇ ਪਿੱਛੇ ਤਾਂ ਡੈਫੀਨੇਟਲੀ ਪੋਲੀਟੀਕਲ ਜਾਂ ਇੱਦਾਂ ਦੇ ਬਿਗ ਬੌਸਸ ਹੋਣਗੇ ਜਿਹੜੇ ਇਸ ਕਾਰੋਬਾਰ ਨੂੰ ਚਲਾਉਂਦੇ ਆ। ਸਵਾਲ ਹੈ ਕਿ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਦੀ ਪੋਲੀਟੀਕਲ ਵਿਲ ਹੈਗੀ ਹੈ, ਵੱਡੇ ਬੰਦਿਆਂ ਨੂੰ ਹੱਥ ਪਾਏਗਾ ਤਾਂ ਪ੍ਰਾਸ਼ਰ ਜੀ 10,000 ਕਰੋੜ ਦਾ ਜਿਹੜੇ ਤੁਸੀਂ ਕੈਬਨਿਟ 'ਚ ਕਰਦੇ ਹੋ ਜ਼ਿਕਰ ਹੋਇਆ, ਕੱਲ੍ਹ ਨੂੰ ਆਪਾਂ ਇਲੈਕਸ਼ਨਾਂ ਵੀ ਲੜਨੀਆਂ, ਉਹਦੇ 'ਤੇ ਵੀ ਕਰੋੜਾਂ ਰੁਪਏ, ਉਹ ਵੀ ਫਿਰ ਸਾਰਾ ਕੁਝ ਚਾਹੀਦਾ ਹੁੰਦਾ ਨਾ। ਇਸ ਕਰਕੇ 10 ਬੋਤਲਾਂ ਵਾਲੀ 'ਤੇ ਕੇਸ ਪਾਉਣਾ ਤਾਂ ਸੌਖੀ ਗੱਲ ਹੈ। ਜਿੱਦਾਂ ਤੁਸੀਂ ਖੁਦ ਕਹਿ ਰਹੇ ਸੀਗੇ ਕਿ ਕੈਪਟਨ ਅਮਰਿੰਦਰ ਨੇ ਖੁਦ ਕਿਹਾ ਕਿ ਫਿਰ ਇੱਦਾਂ ਹੈੱਡ ਤਾਂ ਮੈਂ ਹਾਂ, ਫਿਰ ਹੈੱਡ 'ਤੇ ਥੋੜ੍ਹੀ ਕੋਈ ਕੇਸ ਪਏਗਾ ਜੀ। ਮੇਰੇ ਖਿਲਾਫ ਐਕਸ਼ਨ ਕਰ ਲਓ। ਦੇਖੋ ਜਗਤਾਰ ਜੀ, ਆਪਾਂ ਜਿਸ ਤਰ੍ਹਾਂ ਪਹਿਲੇ ਵੀ ਗੱਲ ਕਰ ਰਹੇ ਹਾਂ, ਮੇਰੇ ਫਾਜ਼ਲ ਦੋਸਤਾਂ ਨੇ ਵੀ ਕਿਹਾ ਹੋਇਆ ਕਿ ਇਹ ਕੰਮ, ਇਹ ਟ੍ਰੇਡ ਇੰਨੀ ਵੱਡੀ ਪੱਧਰ 'ਤੇ ਬਿਨਾਂ ਸਿਆਸੀ ਤੇ ਪੁਲਿਸ ਦੀ ਪ੍ਰੋਟੈਕਸ਼ਨ ਤੇ ਨਹੀਂ ਹੋ ਸਕਦੀ। ਔਰ ਪੁਲਿਸ ਵਾਲਿਆਂ ਨੇ ਵੀ ਹਫ਼ਤੇ ਬੰਨੇ ਹੋਏ ਹੈ, ਸਿਆਸੀ ਬੰਦਿਆਂ ਨੂੰ ਵੀ ਪੈਸੇ ਦੀ ਲੋੜ ਹੁੰਦੀ ਹੈ, ਇਲੈਕਸ਼ਨ ਲੜਨਾ ਹੈ, ਤਾਂ ਉਹਨਾਂ ਨੇ ਜਿਹੜੇ ਪੁਲਿਸ ਵਾਲੇ ਵੀ ਜਿਹੜੀ ਆਪਣੀ ਮਰਜ਼ੀ ਦੇ ਲਵਾਏ ਹੁੰਦੇ ਥਾਣਿਆਂ ਦੇ ਵਿੱਚ, ਉਹਦੇ ਨਾਲ ਉਹ ਕਹਿੰਦੇ ਜੀ ਚਲੋ ਇੱਦਾਂ ਕਰੋ, ਇਹ ਕਰੋ ਕਿ ਖੂਨ ਹੋ ਰਿਹਾ, ਕੋਈ ਮਰਡਰ ਹੋ ਗਿਆ, ਛੋਟੀ ਮੋਟੀ ਟ੍ਰੇਡ ਆ ਚੱਲੀ ਜਾਓ। ਜਿੱਦਾਂ ਰੇਤ ਮਾਫੀਆ ਚੱਲੀ ਜਾ ਰਿਹਾ, ਉਹ ਵੀ ਪੁਲਿਸ ਪ੍ਰੋਟੈਕਸ਼ਨ ਹੀ ਰਿਹਾ, ਸਿਆਸੀ ਪ੍ਰੋਟੈਕਸ਼ਨ ਨਾਲ ਹੈ। ਜਿਸ ਤਰ੍ਹਾਂ ਸ਼ਰਾਬ ਮਾਫੀਆ ਚੱਲ ਰਿਹਾ, ਉਹਦੇ ਹੁਣ ਇਲਿਸਿਟਰ ਵਾਲਾ ਵੀ ਹੈਗਾ। ਇਹ ਸਾਰਾ ਬੜਾ ਭਾਰੀ ਜਿਹੜਾ ਹੈ ਧੰਦਾ ਹੈਗਾ। ਇਹਨੂੰ ਜੇ ਤਾਂ ਸਰਕਾਰ ਸੀਰੀਅਸ ਹੈਗੀ ਹੈ ਤਾਂ ਇਹਨਾਂ ਨੂੰ ਇੱਕ ਬੜਾ ਵਾਈਡ ਰੇਂਜਿੰਗ ਇੱਕ ਕੰਪੇਨ ਚਲਾਉਣੀ ਪਏਗੀ ਇਹਨੂੰ ਨੱਥੀ ਪਾਉਣ ਲਈ। ਲੇਕਿਨ ਪ੍ਰੋਬਲਮ ਇਹ ਹੈ ਕਿ ਇਹਦੇ ਵਿੱਚ ਸਿਆਸੀ ਬੰਦੇ ਸ਼ਾਮਿਲ ਹੋਣ। ਸਿਆਸੀ ਬੰਦੇ ਜਿਹੜੇ ਆ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਹੁੰਦੇ ਆ, ਆਪੋਜੀਸ਼ਨ ਵਾਲਿਆਂ ਨੂੰ ਕੌਣ ਪੁੱਛਦਾ ਹੈ? ਸੋ ਰੂਲਿੰਗ ਕਾਂਗਰਸ ਪਾਰਟੀ ਦੇ ਅਗਰ ਬੰਦੇ ਇੱਥੇ ਸ਼ਾਮਿਲ ਹੈ, ਉਹਨਾਂ ਨੂੰ ਹੱਥ ਪਾਉਣ ਲਈ ਸਰਕਾਰ ਨੂੰ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਨੂੰ ਜਿਹੜੀ ਨਾ ਆਪਣੀ ਮਜ਼ਬੂਤੀ ਦਿਖਾਉਣੀ ਪਏਗੀ, ਇੱਛਾ ਸ਼ਕਤੀ ਦਿਖਾਉਣੀ ਪਏਗੀ, ਤਾਂ ਇਸ 'ਤੇ ਕੋਈ ਨਿਰਾਸ਼ ਪਏਗੀ। ਅਦਰਵਾਈਜ਼ ਤਾਂ ਇੱਦਾਂ ਹੀ ਚੱਲੇਗਾ। ਬਿਲਕੁਲ ਠੀਕ। ਹਰਕਮਤ ਜੀ, ਜਿੱਦਾਂ ਪ੍ਰਾਸ਼ਰ ਜੀ ਨੇ, ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਕਮੈਂਟਸ ਕੀਤੇ ਹੈ, ਬੜੀ ਵੱਡੀ ਗੱਲ ਹੈ। ਪ੍ਰਾਸ਼ਰ ਜੀ ਜਿਹੜੀ ਕੈਬਨਿਟ ਦੀ ਫਿਗਰ ਕੋਡ ਕੀਤੀ ਹੈ, ਤੁਸੀਂ ਵੀ ਕੈਬਨਿਟ ਨੂੰ ਕਵਰ ਕਰਦੇ ਹੋ। ਸਵਾਲ ਹੈ ਕਿ ਪੰਜਾਬ 'ਚ ਜਿੱਦਾਂ ਦਾ ਭ੍ਰਿਸ਼ਟਾਚਾਰ, ਜਿਹੜਾ ਤੁਸੀਂ ਚੰਡੀਗੜ੍ਹ ਦੇ ਰਹਿਣ ਵਾਲੇ ਹੋ, ਮੋਹਾਲੀ 'ਚ ਕੀ ਹੋ ਰਿਹਾ, ਰਾਜਪੁਰੇ 'ਚ ਕੀ ਹੋ ਰਿਹਾ, ਤੁਸੀਂ ਜਿਸ ਚੀਜ਼ ਦਾ ਜ਼ਿਕਰ ਕੀਤਾ ਹੈ, ਜੇ ਨਜਾਇਜ਼ ਕਰੋੜਾਂ ਅਰਬਾਂ ਰੁਪਏ ਦਾ ਕਾਰੋਬਾਰ ਹੈ, ਜੇ ਰਕਮ ਦੀ ਉਹਨੂੰ ਠੱਲ ਨਹੀਂ ਪਏਗੀ, ਪੋਲੀਟੀਕਲ ਵਿਲ ਨਹੀਂ ਹੋਏਗੀ, ਤਾਂ ਫਿਰ 10 ਬੋਤਲਾਂ ਵੇਚਣ ਵਾਲਿਆਂ ਦੇ ਜਿਹੜੇ ਕਿ ਕੇਸ ਦਰਜ ਕਰਕੇ ਲਿਪਾਪੂਚੀ ਹੋਏਗੀ। ਤੁਹਾਨੂੰ ਲੱਗਦਾ ਕਿ ਜਿਹੜਾ ਕਰਪਟ ਭ੍ਰਿਸ਼ਟ ਸਿਸਟਮ ਹੈ, ਜਦ ਤੱਕ ਉਹਨੂੰ ਨੱਥ ਨਹੀਂ ਪਏਗੀ, ਇੱਦਾਂ ਜਿਹੜਾ ਹੈਗਾ ਪੰਜਾਬ 'ਚ ਗਰੀਬ ਮਰਦਾ ਰਹੇਗਾ? ਜਗਤਾਰ ਜੀ, ਜੋ ਤੁਸੀਂ ਕਿਹਾ ਬਿਲਕੁਲ ਠੀਕ ਹੈ। ਅਸਲੀਅਤ ਇਹ ਵੇ ਕਿ ਪੋਲੀਟੀਕਲ ਵਿਲ ਹੈ ਨਹੀਂ, ਨਾ ਕੋਈ ਇਸ ਬਿਜ਼ਨਸ ਨੂੰ ਖਤਮ ਕਰਨ ਲਈ ਸੰਜੀਦਾ ਹੈਗਾ। ਜਿਹੜੇ ਮੌਕੇ ਦੇ ਸਿਆਸਤਦਾਨ ਹੁੰਦੇ ਨੇ, ਉਹਨਾਂ ਦੀ ਹਮੇਸ਼ਾ ਖਾਸ਼ ਇਹ ਹੁੰਦੀ ਕਿ ਅਸੀਂ ਇਹਦੇ ਚੋਂ ਕੀ ਸਾਨੂੰ ਲੱਭਦਾ ਹੈ ਤੇ ਅਸੀਂ ਇਹਦੇ ਚੋਂ ਕੀ ਕਮਾ ਸਕਨੇ ਹਾਂ। ਹੁਣ ਤੱਕ ਤੁਸੀਂ ਦੇਖੋ ਜਿੰਨੀਆਂ ਮਗਰਲੀਆਂ ਸਰਕਾਰਾਂ ਆਈਆਂ, ਜਿਵੇਂ
ਪ੍ਰੋਫੈਸਰ ਸਾਹਿਬ ਨੇ ਕਿਹਾ, ਇਹ ਬਿਜ਼ਨਸ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਔਰ ਜੋ ਲੋਕਲ ਥਾਣੇ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ। ਈਵਨ ਇੱਥੇ ਚੰਡੀਗੜ੍ਹ ਇੰਟੈਲੀਜੈਂਸ ਜਿਹੜਾ ਸਾਡਾ ਵਿੰਗ ਹੈਗਾ, ਉਹਨਾਂ ਨੂੰ ਸਾਰੇ ਪੰਜਾਬ ਦੀਆਂ ਲਿਸਟਾਂ ਨੇ ਕਿ ਕਿਹੜੇ ਲੋਕ ਨਜਾਇਜ਼ ਸ਼ਰਾਬ ਦਾ ਕੰਮ ਕਰਦੇ ਨੇ, ਕਿਹੜੇ ਲੋਕ ਨਕਲੀ ਸ਼ਰਾਬ ਦਾ ਕੰਮ ਕਰਦੇ ਨੇ, ਸਾਰਾ ਕੁਝ ਟੋਟਲ ਪਤਾ ਹੈਗਾ। ਔਰ ਗਵਰਨਮੈਂਟ ਦੇ ਕੋਲ ਇਹ ਵੀ ਫਿਗਰਸ ਹੈਗੀਆਂ ਕਿ ਡਿਸਟਿਲਰੀਆਂ ਚੋਂ ਕਿਹੜੀ ਥਾਂ ਤੋਂ ਕਿੰਨਾ ਨਿਕਲ ਰਿਹਾ ਹੈ। ਦੇਖੋ ਉਹਨਾਂ ਦੇ ਕੋਲ ਕੈਪੈਸਿਟੀ ਹੈ, ਇਸ ਡਿਸਟਿਲਰੀ ਦੀ ਇੰਨੀ ਕੈਪੈਸਿਟੀ ਹੈ, ਲੇਕਿਨ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਉਹ 'ਚੋਂ ਸ਼ਰਾਬ ਨਿਕਲੀ ਕਿੰਨੀ ਹੈ ਤੇ ਵਿਕੀ ਕਿੰਨੀ ਹੈ। ਨਾ ਕੋਈ ਆਡਿਟ ਕਰਦਾ ਹੈ, ਨਾ ਕੋਈ ਇਹ ਚੈੱਕ ਕਰਨ ਦੀ ਕੋਸ਼ਿਸ਼ ਕਰਦਾ ਕਿ ਬਾਕੀ ਸ਼ਰਾਬ ਗਈ ਕਿਤੇ। ਮੈਨੂੰ ਲੱਗਦਾ ਕਿ ਸਾਰਾ ਤਾਣਾ ਬਾਣਾ ਵਿਗੜਿਆ ਹੋਇਆ, ਔਰ ਹਰ ਬੰਦੇ ਦੀ ਕੋਸ਼ਿਸ਼, ਹਰ ਸਿਆਸਤਦਾਨ ਦੀ ਕੋਸ਼ਿਸ਼ ਇਹ ਵੀ ਕਿ ਮੈਂ ਇਹਦੇ ਚੋਂ ਮੈਨੂੰ ਕੀ ਲੱਭਦਾ ਹੈ ਤੇ ਮੈਂ ਕੀ ਕੱਢ ਸਕਣਾ। ਔਰ ਜੋ ਮੈਨੂੰ ਅੱਜ ਦੇ ਹਾਲਾਤ ਲੱਗ ਰਹੇ ਨੇ, ਕਿਸੇ ਨੇ ਇਹਦੇ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਔਰ ਅਲਟੀਮੇਟਲੀ ਜੋ ਤੁਸੀਂ ਕਹਿੰਦੇ ਹੋ ਹੋਣਾ ਉਹੀ ਹੈ ਕਿ ਜਿਹੜੇ 10 ਬੋਤਲਾਂ ਵੇਚਣ ਵਾਲੇ ਜਾਂ 15 ਬੋਤਲਾਂ ਵੇਚਣ ਵਾਲੇ, ਉਹਨਾਂ ਤੇ ਕਾਰਵਾਈ ਹੋਏਗੀ। ਜਿਹੜੀਆਂ ਵੱਡੀਆਂ ਮੱਛੀਆਂ ਨੇ ਜਾਂ ਜਿਹੜੇ ਇਸ ਕਾਰੋਬਾਰ ਦੇ ਮੇਨ ਇਹਨੂੰ ਚਲਾਉਣ ਵਾਲੇ ਨੇ, ਉਹਨਾਂ ਨੂੰ ਕਦੀ ਨਾ ਪਹਿਲਾਂ ਕਦੀ ਹੱਥ ਪਿਆ, ਨਾ ਹੁਣ ਪਵੇਗਾ। ਤੁਸੀਂ ਦੇਖ ਲਓ ਹੁਣ ਜਿਸ ਢੰਗ ਦੇ ਨਾਲ ਸਾਰੀ ਥਾਵਾਂ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ, ਕਿਸੇ ਵੱਡੇ ਬੰਦੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਹੋ ਰਹੀ। ਰੋਜ਼ ਅਖਬਾਰਾਂ 'ਚ ਵੀ ਛਪ ਰਿਹਾ ਕਿ ਫਲਾਣੀ ਥਾਂ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ 'ਚੋਂ ਮੇਨ ਬੰਦੇ ਕੱਢ ਦਿੱਤੇ ਗਏ। ਕੋਈ ਉਹਨਾਂ ਨੂੰ ਸਰਕਾਰ ਉਹਦੇ ਤੇ ਨੋਟਿਸ ਲੈਣ ਨੂੰ ਤਿਆਰ ਨਹੀਂ, ਕਾਰਵਾਈ ਕਰਨ ਨੂੰ ਤਿਆਰ ਨਹੀਂ। ਮੈਨੂੰ ਲੱਗਦਾ ਕਿ ਇਹ ਜਿਹੜੀ ਪ੍ਰੋਫੈਸਰ ਸਾਹਿਬ ਨੇ ਬੜੀ ਇੱਕ ਡੂੰਘੀ ਗੱਲ ਕਹੀ ਹੈਗੀ ਹੈ ਕਿ ਜਦੋਂ ਤੱਕ ਅਸੀਂ ਕੋਈ ਸਿਸਟਮ ਨਹੀਂ ਬਦਲਦੇ, ਜਦੋਂ ਤੱਕ ਲੋਕਾਂ ਦੀ ਸੋਚ ਨਹੀਂ ਬਦਲਦੀ ਇੱਥੇ, ਔਰ ਜਦੋਂ ਤੱਕ ਕੋਈ ਤਬਦੀਲੀ ਨਹੀਂ ਆਉਂਦੀ, ਮੈਨੂੰ ਲੱਗਦਾ ਇਹਨਾਂ ਗੱਲਾਂ 'ਚ ਕੋਈ ਸੁਧਾਰ ਨਹੀਂ ਹੋਣਾ। ਇਹ ਇਸੇ ਤਰ੍ਹਾਂ ਲੁੱਟ ਜਾਰੀ ਰਹੇਗੀ। ਜਿਹੜੇ ਹਰਕਮਲ ਜੀ ਤੁਸੀਂ ਤਬਦੀਲੀ ਦੀ ਗੱਲ ਕਰ ਰਹੇ ਹੋ, ਸੌਰੀ ਮੈਂ ਵਿੱਚੋਂ ਟੋਕ ਕੇ ਤੁਹਾਨੂੰ ਸਵਾਲ ਲੈਣ ਲੱਗੇ ਹਾਂ। ਆਪਾਂ ਤਬਦੀਲੀ ਦੀ ਗੱਲ ਕਰਦੇ ਹਾਂ, ਜਿਹੜਾ ਸਿਸਟਮ ਸੁਧਾਰਨ ਦੀ ਗੱਲ ਕਰਦੇ ਹਾਂ। ਜੇ ਆਪਾਂ ਮੌਜੂਦਾ ਜਿਹੜੀ ਇਸ ਵੇਲੇ ਜਿਹੜੇ ਹਾਕਮ ਜ਼ਰਾ ਉਹਦੀ ਗੱਲ ਕਰ ਲਈਏ ਤਾਂ ਨਵਜੋਤ ਸਿੱਧੂ ਨੇ ਆਉਂਦਿਆਂ ਸ਼ੁਰੂ 'ਚ ਬੜਾ ਜ਼ੋਰ ਸ਼ੋਰ ਦੇ ਨਾਲ ਇਹਨਾਂ ਮੁੱਦਿਆਂ ਨੂੰ ਉਠਾਇਆ, ਕਰਪਟ ਸਿਸਟਮ ਦੇ ਖਿਲਾਫ ਬੋਲਿਆ, ਵੀ ਸਾਰਾ ਕੁਝ ਕਰਿਆ। ਨਵਜੋਤ ਸਿੱਧੂ ਅੱਜ ਕਿੱਥੇ ਆਪਾਂ ਸਾਰੇ ਜਾਣਦੇ ਹਾਂ। ਪ੍ਰਗਟ ਸਿੰਘ ਜਿਹੜੇ ਹੈਗੇ ਆ, ਥੋੜ੍ਹਾ ਬਹੁਤਾ ਉਹ ਗੱਲਬਾਤ ਕਰਦੇ ਆ, ਉਹ ਵੀ ਬੜਾ ਬਚ ਬਚਾ ਕੇ, ਜਿੱਦਾਂ ਸਪੋਰਟਸਮੈਨ ਹੁੰਦਾ, ਪਤਾ ਵੀ ਕਿੰਨਾ ਕੁ ਸਟੈਪ ਅੱਗੇ ਜਾਣਾ, ਕਿੰਨਾ ਕੁ ਪਿੱਛੇ ਜਾਣਾ, ਗੱਲ ਕਰਦੇ ਆ। ਇੱਦਾਂ ਹੀ ਬਾਜਵੇ ਹੋਣਾ ਤੇ ਦੁੱਲੋਂ ਹੋਣਾ ਨੇ, ਹੁਣ ਦੁੱਲੋਂ ਵਰਗਾ ਦਵੰਗ ਬੰਦਾ, ਹਰਕਮਲ ਜੀ ਮੇਰੀ ਜਾਣਕਾਰੀ ਦੇ ਮੁਤਾਬਕ ਉਹ ਬਿਲਕੁਲ ਦਿਹਾੜੀਦਾਰੀ ਕਰਨ ਵਾਲੇ ਜਿਹੜੇ ਪਰਿਵਾਰ ਹੈ ਉਹਨਾਂ 'ਚ ਉੱਠ ਕੇ ਕਾਂਗਰਸ ਦਾ ਪ੍ਰਧਾਨ ਬਣਿਆ। ਮੈਨੂੰ ਅਜੇ ਤੱਕ ਚੇਤੇ ਆ, ਤੁਹਾਨੂੰ ਵੀ ਯਾਦ ਹੋਏਗਾ, ਜਦੋਂ ਮੈਂ ਬੀਂਗ ਜਰਨਲਿਸਟ ਜਿਹੜਾ ਹੈਗਾ ਕਾਂਗਰਸ ਭਵਨ ਚੰਡੀਗੜ੍ਹ ਜਾਂਦਾ ਸੀ ਤਾਂ ਉਹਦਾ ਬਿਸਤਰਾ ਵੀ ਦੁੱਲੋਂ ਦਾ ਕਾਂਗਰਸ ਭਵਨ ਦੇ ਵਿੱਚ ਹੀ ਲੱਗਿਆ ਹੁੰਦਾ ਸੀ। ਹੁਣ ਕਾਂਗਰਸ ਦਾ ਪ੍ਰਧਾਨ ਕਹਿ ਰਿਹਾ ਕਿ ਇਹਨਾਂ ਦੀਆਂ ਤਾਰਾਂ ਭਾਰਤੀ ਜਨਤਾ ਪਾਰਟੀ ਨਾਲ ਜੁੜੀਆਂ ਹੋਈਆਂ। ਕਿ ਨਵਜੋਤ ਸਿੱਧੂ, ਬਾਜਵੇ ਹੋਣੀ, ਦੁੱਲੋਂ ਹੋਣੀ, ਜਦੋਂ ਇੱਦਾਂ ਦੀਆਂ ਪਾਰਟੀਆਂ ਦੇ ਅੰਦਰ ਵਿਰੋਧੀ ਸੁਰਾਂ ਉੱਠਦੀਆਂ, ਉਹ ਸੁਰਾਂ ਦਬਾ ਦਿੱਤੀਆਂ ਜਾਂਦੀਆਂ ਕਿ ਪਾਰਟੀਆਂ ਦੇ ਅੰਦਰ ਜਿਹੜੇ ਡੈਮੋਕ੍ਰੈਟਿਕ ਸਿਸਟਮ ਹੈ, ਢਾਂਚਾ, ਉਹ ਬਿਲਕੁਲ ਹੀ ਤਬਾਹ ਹੋ ਗਿਆ, ਜਿਸ ਕਰਕੇ ਜ਼ਿਆਦਾ ਲੁੱਟ ਮੱਚੀ ਵੀ ਹੈ। ਦੇਖੋ ਬਿਲਕੁਲ ਜਿਹੜੇ ਕੋਈ ਸੱਚੇ ਸੁੱਚੇ ਥੋੜੇ ਜਿਹੇ ਬੰਦੇ ਸੀ ਜਿਹੜੇ ਇਸ ਗੱਲ ਦੇ ਖਿਲਾਫ ਆਵਾਜ਼ ਚੁੱਕਦੇ ਸੀ, ਉਹਨਾਂ ਨੂੰ ਘਰਾਂ 'ਚ ਬਿਠਾ ਦਿੱਤਾ ਗਿਆ, ਉਹਨਾਂ ਨੂੰ ਮਾਯੂਸ ਕਰਤਾ ਗਿਆ। ਔਰ ਜਿਹੜੇ ਦੂਸਰੇ ਲੋਕ ਸੀ, ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ, ਕੱਲ ਕੈਬਨਿਟ 'ਚ ਗੱਲ ਹੋਈ ਹੈ, 2-4 ਮੰਤਰੀ ਬੋਲੇ ਹੈਗੇ ਨੇ, ਉਹਨਾਂ ਨੇ ਇਸ਼ੂ ਰੇਜ਼ ਕੀਤਾ ਹੈਗਾ ਕਿ ਜੀ ਬਹੁਤ ਮਾੜਾ ਹੋਇਆ। ਔਰ ਕਿਸੇ ਨੇ ਅੱਜ ਤੁਸੀਂ ਦੇਖੋ ਕੋਈ ਇਸ ਇਸ਼ੂ ਦੇ ਉੱਤੇ ਠੋਕ ਕੇ ਚੰਗੀ ਤਰ੍ਹਾਂ ਬੋਲਣ ਨੂੰ ਤਿਆਰ ਨਹੀਂ, ਕੋਈ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਹੈਗਾ ਕਿ ਮੁੱਖ ਮੰਤਰੀ ਨੇ ਮਗਰਲੇ ਦਿਨਾਂ 'ਚ ਜੋ ਇਨਕੁਆਇਰੀਆਂ ਕਰਾਈਆਂ, ਜੋ ਸਰਕਾਰ ਨੇ ਇਨਕੁਆਇਰੀਆਂ ਕਰਾਈਆਂ, ਡਿਸਟਿਲਰੀਆਂ ਦੀਆਂ ਹੋਈਆਂ, ਦੂਜੀਆਂ ਹੋਈਆਂ, ਉਹਨਾਂ 'ਚ ਕੋਈ ਅਸਲ ਦੋਸ਼ੀ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ। ਔਰ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਇਹੋ ਜਿਹੇ ਲੋਕਾਂ ਨੂੰ। ਇਹਨਾਂ ਲੋਕਾਂ ਨੂੰ ਦੇਖੋ, ਸਾਰੇ ਐਮਐਲਏ ਪ੍ਰਾਈਵੇਟ ਸਾਨੂੰ ਦੱਸਦੇ ਨੇ, ਆ ਕੇ ਪ੍ਰਾਈਵੇਟਲੀ ਉਹ ਸਭ ਦੱਸ ਕੇ ਜਾਂਦੇ ਨੇ ਵੀ ਕੌਣ ਪੈਸੇ ਲੈ ਰਿਹਾ ਹੈ, ਕਿੱਥੇ ਪੈਸੇ ਜਾ ਰਹੇ ਨੇ, ਸੀਐਮ ਦੀ ਕਿੰਨੀ ਜ਼ਿੰਮੇਵਾਰੀ ਹੈ, ਬਾਕੀਆਂ ਦੀ ਜ਼ਿੰਮੇਵਾਰੀ ਕਿੰਨੀ ਹੈ, ਕੌਣ ਕਿਹੜੇ ਮਹਿਕਮੇ ਨੂੰ ਚਲਾ ਰਿਹਾ ਹੈ, ਇਹਨੂੰ ਫਲਾਣਾ ਮਹਿਕਮਾ ਠੇਕੇ ਤੇ ਦਿੱਤਾ ਹੋਇਆ। ਜਦੋਂ ਇਹ ਸਾਰਾ ਕੁਝ ਮੰਤਰੀਆਂ ਨੂੰ ਵੀ ਪਤਾ ਹੈ, ਐਮਐਲਏ ਨੂੰ ਵੀ ਪਤਾ ਹੈ, ਪਰ ਬੋਲਣ ਨੂੰ ਕੋਈ ਤਿਆਰ ਨਹੀਂ। ਮੈਨੂੰ ਲੱਗਦਾ ਸਾਰਿਆਂ ਦੇ ਅੱਗੇ ਹਰਾ ਚਾਰਾ ਪਿਆ ਹੋਇਆ। ਉਹ ਸਮਝਦੇ ਨੇ ਜੇ ਅਸੀਂ ਬੋਲਾਂਗੇ, ਉਹ ਜਿਹੜਾ ਸਾਨੂੰ ਮਾੜਾ ਮੋਟਾ ਹਰਾ ਚਾਰਾ ਮਿਲ ਰਿਹਾ ਉਹ ਬੰਦ ਹੋ ਜਾਏਗਾ। ਤੁਸੀਂ ਦੇਖੋ, ਤੁਹਾਨੂੰ ਪਤਾ ਹੋਏਗਾ ਅੱਜ ਕੱਲ ਬਾਰਿਸ਼ਾਂ ਕਰਕੇ ਸਾਰੇ ਦਰਿਆ ਬੰਦ ਨੇ ਪੰਜਾਬ ਦੇ, ਉਹਨਾਂ ਚੋਂ ਰੇਤ ਬਜਰੀ ਨਹੀਂ ਕੱਢੀ ਜਾ ਸਕਦੀ। ਪਰ ਤੁਸੀਂ ਜਾ ਕੇ ਦੇਖੋ, ਕਿਸੇ ਥਾਂ ਤੇ ਦੇਖ ਲਓ, ਇੱਕ ਥਾਂ ਤੇ ਸ਼ਾਮ ਦੇ ਟਾਈਮ 200 150 ਟਿੱਪਰ ਖੜਾ ਹੁੰਦਾ, ਜਿਹੜੇ ਕਿ ਰਾਤੀ ਭਰ ਕੇ ਉੱਥੋਂ ਰੇਤ ਬਜਰੀ ਤੇ ਜਾਂਦੇ ਨੇ। ਸਾਰੀ ਦੁਨੀਆ ਦੇਖਦੀ ਹੈ, ਸਾਰਾ ਐਡਮਿਨਿਸਟ੍ਰੇਸ਼ਨ ਦੇਖ ਰਿਹਾ, ਕੋਈ ਉਹਨਾਂ ਨੂੰ ਮਨਾ ਨਹੀਂ ਕਰ ਰਿਹਾ। ਜਦੋਂ ਮੇਰੇ ਖਿਆਲ ਚ ਵਾੜ ਹੀ ਖੇਤ ਨੂੰ ਖਾ ਰਹੀ ਹੈ। ਹਰਕਮਲ ਜੀ ਮੈਂ ਤੁਹਾਨੂੰ ਟੋਕਣ ਲੱਗਿਆ, ਤੁਹਾਨੂੰ ਯਾਦ ਹੋਏਗਾ
ਕੁਝ ਸਮਾਂ ਪਹਿਲਾਂ ਇਹ ਵੀ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੈਲੀਕਾਪਟਰ ਰਾਹੀਂ ਹਵਾਈ ਸਰਵੇ ਕੀਤਾ ਸੀ ਕਿ ਕਿੱਥੇ ਕਿੱਥੇ ਜਿਹੜਾ ਇੱਦਾਂ ਖਾਣਾ ਪੁੱਟੀਆਂ ਜਾ ਰਹੀਆਂ, ਕਿੱਥੇ ਕਿੱਥੇ ਲੁੱਟ ਹੋ ਰਹੀ ਆ, ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਏਗੀ। ਤੁਸੀਂ ਜਿਹੜੀ ਅੱਜ ਗੱਲ ਕਰ ਰਹੇ ਹੋ ਹਵਾਈ ਸਰਵੇ, ਕਿੱਥੇ ਗਏ ਉਹ? ਜਗਤਾਰ ਜੀ, ਉਹ ਸਾਰੀਆਂ ਇਹ ਜਿਹੜੀਆਂ ਕਾਰਵਾਈਆਂ ਇਹਦਾ ਪਰਪਸ ਹੁੰਦਾ ਹੈ ਪਬਲਿਸਿਟੀ। ਅਖਬਾਰਾਂ 'ਚ ਫੋਟੋਆਂ ਛਪ ਗਈਆਂ, ਟੀਵੀ ਨੇ ਉਹਦਾ ਫੋਟੋ ਦੇ ਦਿੱਤੀਆਂ, ਉਹ ਤੋਂ ਬਾਅਦ ਕਿਸੇ ਨੂੰ ਚੈੱਕ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਕੁਝ ਅਖਬਾਰਾਂ ਨੇ ਛਾਪਿਆ ਸੀ ਕਿ ਜਿਹੜੀਆਂ ਸੀਐਮ ਜਿੱਥੋਂ ਸਰਵੇ ਕਰਕੇ ਗਿਆ ਸੀ ਉੱਥੇ ਦੁਬਾਰਾ ਨਿਕਲ ਰਹੀ ਸੀ, ਰੇਤ ਨਾਲ ਬਰਾਬਰ ਨਿਕਲ ਰਹੀ ਸੀ। ਕਿਸੇ ਨੇ ਕੰਮ ਬੰਦ ਨਹੀਂ ਕੀਤਾ ਹੈਗਾ। ਮੈਨੂੰ ਲੱਗਦਾ ਕਿ ਅੱਜ ਦੀ ਡੇਟ 'ਚ ਅੱਜ ਵੀ ਸਰਕਾਰ ਇਹ ਚਾਹੇਗੀ ਵੀ ਸਾਡੀ ਪਬਲਿਸਿਟੀ ਹੋ ਜਾਏ ਕਿ ਬਹੁਤ ਵੱਡੀ ਕਾਰਵਾਈ ਕਰਤੀ, ਹੋਣਾ ਕੁਛ ਨਹੀਂ, ਕਰਨਾ ਕੁਛ ਨਹੀਂ ਕਿਸੇ ਨੇ। ਸੋ ਇਹੀ ਸਾਡੀ ਦੁਖਾਂਤ ਹੈਗਾ, ਇਹੀ ਸਾਡੀ ਬਦਕਿਸਮਤੀ ਹੈਗੀ ਹੈ। ਔਰ ਜਿਹੜੇ ਪਾਰਟੀ ਦੇ 2-4 ਬੰਦੇ ਰੌਲਾ ਪਾ ਰਹੇ ਨੇ ਇਹਨਾਂ ਦੇ, ਚਾਹੇ ਉਹ ਦੂਲੋ ਹੈਗਾ ਜਾਂ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੈਗਾ, ਬੇਸ਼ੱਕ ਇਹ ਠੀਕ ਹੈ, ਹਾਈ ਕਮਾਂਡ ਨੂੰ ਵੀ ਸਾਰਾ ਕੁਝ ਪਤਾ ਹੈ ਇਹਨਾਂ ਬਾਰੇ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ, ਕੁਛ ਨਹੀਂ। ਪਰ ਇਹ ਕਿ ਥੋੜੇ ਜਿਹੇ ਲੋਕ ਵਿਚਾਰੇ ਰੌਲਾ ਪਾਉਂਦੇ ਰਹਿਣਗੇ, ਬਾਕੀ ਨਿਜ਼ਾਮ ਇਸੇ ਤਰ੍ਹਾਂ ਹੀ ਚੱਲੀ ਜਾਣ। ਜਗਤਾਰ ਜੀ, ਇੱਕ ਗੱਲ ਮੈਂ ਥੋੜੀ ਜਿਹੀ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਸਿਸਟਮ ਨੂੰ ਠੀਕ ਕਰਨ ਲਈ ਆਵਾਜ਼ ਉਠਾਈ ਸੀ। ਤੁਸੀਂ ਜਰਨਲਿਸਟ ਹੋ, ਬਹੁਤ ਜਿੱਦਾਂ ਮੈਂ ਸ਼ੁਰੂ 'ਚ ਵੀ ਕਿਹਾ ਕਿ ਪੰਜਾਬ ਨੂੰ ਬਹੁਤ ਬਰੀਕੀ ਨਾਲ ਦੇਖਦੇ ਹੋ। ਨਵਜੋਤ ਸਿੱਧੂ ਦੀ ਕੀ ਹਾਲਤ ਹੋਈ ਹੈ ਕਿ 1 ਸਾਲ ਤੋਂ ਸਵੈ ਇੱਛਾ ਨਾਲ ਘਰ 'ਚ ਨਜ਼ਰ ਬੰਦ ਹੈ? ਜਗਤਾਰ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਇੱਕ ਪਰਮਿਟ ਕਰੋ ਮੈਨੂੰ ਇੱਕ ਥੋੜੀ ਜਿਹੀ ਗੱਲ ਜਿਹੜੀ ਦਿਮਾਗ 'ਚ ਆ ਰਹੀ ਹੈ ਲੈਟਰ ਵੇਨ ਦੇ ਵਿੱਚ ਕਿ ਮੇਰੇ ਦੋਨੋਂ ਫਾਜ਼ਲ ਦੋਸਤਾਂ ਨੇ ਕਿਹਾ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਸੁਧਰਨੇ ਹੈ, ਹਰ ਇੱਕ ਨੂੰ ਬਦਲਣਾ ਪਏਗਾ, ਸਾਰਾ ਕੁਝ ਬਦਲਣਾ ਪਏਗਾ। ਤਾਂ ਮੈਂ ਇਹਨਾਂ ਦਾ ਧਿਆਨ ਦੇਣਾ ਚਾਹੁੰਦਾ ਕਿ ਮੋਦੀ ਸਾਹਿਬ ਲਿਖੇ ਹੋਏ ਹੈ ਹਿੰਦੁਸਤਾਨ ਦੇ ਵਿੱਚ ਰਾਮ ਰਾਜ ਲਿਆਉਣ ਦੇ ਵਿੱਚ, ਜੇ ਉਹ ਆ ਗਿਆ ਤਾਂ ਸ਼ਰਾਬ ਬੰਦੀ ਹੋ ਜਾਏਗੀ, ਸਭ ਕੁਝ ਬਰਾਬਰ ਹੋ ਜਾਏਗਾ, ਨਿਜ਼ਾਮ ਹੀ ਬਦਲ ਜਾਏਗਾ। ਕੋਈ ਬੰਦੇ ਦਾ ਰਾਜ ਹੋਏਗਾ ਸਾਰੇ ਹਿੰਦੁਸਤਾਨ 'ਚ, ਤਾਂ ਉਹ ਆਪਾਂ ਉਹ ਦਿਨ ਦਾ ਇੰਤਜ਼ਾਰ ਕਰਦੇ ਹਾਂ ਆਰਾਮ ਨਾਲ ਬਹਿ ਕੇ। ਜੀ ਪ੍ਰਾਸ਼ਾ ਜੀ, ਸਰ ਅੱਜ ਦਾ ਸਾਡਾ ਮੁੱਦਾ ਨਹੀਂ ਹੈ। ਜਦੋਂ ਤੁਸੀਂ ਮੋਦੀ ਦਾ ਨਾਮ ਲਿੱਤਾ ਹੈ ਤਾਂ ਪੰਜਾਬ ਦਾ ਭਲਾ ਕਰਨ ਲਈ ਮੋਦੀ ਪੰਜਾਬ 'ਚ ਵੀ ਆ ਸਕਦਾ ਹੈ। ਇਹ ਇੱਕ ਵੱਖਰੀ ਵੱਡੀ ਬਹਿਸ ਦਾ ਮੁੱਦਾ, ਆਪਾਂ ਕਿਤੇ ਫੇਰ ਕਰਾਂਗੇ ਇਸ ਮਾਮਲੇ 'ਤੇ ਗੱਲ ਕਿ ਪੰਜਾਬ ਦਾ ਕਲਿਆਣ ਕਿਵੇਂ ਕਰਨਗੇ ਮੋਦੀ ਜੀ। ਜੀ ਪ੍ਰੋਫੈਸਰ ਮਨਜੀਤ ਸਿੰਘ, ਮੈਂ ਤੁਹਾਡੇ ਵੱਲ ਇਸ ਮੁੱਦੇ 'ਤੇ ਸਵਾਲ ਲੈਣਾ ਚਾਹੁੰਦਾ ਹਾਂ। ਜਿੱਦਾਂ ਦੀਆਂ ਕੈਪਟਨ ਅਮਰਿੰਦਰ ਨੇ ਪੰਜਾਬੀਆਂ ਦੇ ਨਾਲ ਵਾਅਦੇ ਕੀਤੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰ ਲਓ, ਚਾਹੇ ਨਸ਼ਾ ਮੁਕਤੀ ਦੀ ਗੱਲ ਕਰ ਲਓ, ਰੁਜ਼ਗਾਰ ਦੀ ਗੱਲ ਕਰ ਲਓ, ਰੇਤ ਮਾਫੀਆ, ਦੂਜੇ ਸਾਰੇ ਜੋ ਸਾਰੇ 3-4 ਜਿਹੜੇ ਵੱਡੇ ਵਾਅਦੇ ਸੀਗੇ, ਹੁਣ ਦੇਖੋ ਪੰਜਾਬ ਹੌਲੀ ਹੌਲੀ ਕਰਕੇ ਇਲੈਕਸ਼ਨ ਵੱਲ ਨੂੰ ਵੱਧ ਰਿਹਾ ਹੈ। ਤੁਹਾਨੂੰ ਲੱਗਦਾ ਹੈ ਕਿ ਬਹੁਤ ਵੱਡਾ ਪੰਜਾਬ ਦੇ ਨਾਲ ਵਿਸ਼ਵਾਸਘਾਤ ਹੋਇਆ, ਜਾਂ ਪੋਲੀਟੀਕਲ ਪਾਰਟੀਆਂ ਲਈ ਇਹ ਵਰਤਾਰਾ ਕਿਉਂ ਵਾਪਰਦਾ ਹੈ, ਲੋਕੀ ਕਿਉਂ ਠੱਗੇ ਜਾਂਦੇ ਆ? ਪ੍ਰੋਫੈਸਰ ਮਨਜੀਤ ਸਿੰਘ। ਦੇਖੋ, ਲੋਕਾਂ ਕੋਲ ਚਾਰਾ ਕੋਈ ਨਹੀਂ ਹੈ, ਇਹੋ ਹੀ ਲੋਕ ਆ ਜਦੋਂ ਇਹ ਗੱਲ ਕਰਦੇ। ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਪਿਛਲੀ ਵਾਰੀ ਜਦੋਂ 5 ਸਾਲ ਦੀ ਸਰਕਾਰ ਚਲਾਈ ਸੀ ਉਹ ਠੀਕ ਠਾਕ ਸੀ, ਇੰਨੀ ਮਾੜੀ ਨਹੀਂ ਸੀ, ਤੇ ਲੋਕਾਂ ਨੇ ਸਮਝਿਆ ਉਹੀ ਕੈਪਟਨ ਆ ਵੀ ਹੁਣ ਸਾਨੂੰ ਜਿਹੜਾ ਫੌਜ ਦੇ ਕੈਪਟਨ ਵਾਂਗੂ ਇਮਾਨਦਾਰ ਆ ਤੇ ਕੁਛ ਅੱਗੇ ਕਰਕੇ ਅੱਗੇ ਉੱਥੋਂ, ਕਿਉਂਕਿ ਜਿੰਨੀ ਬਦਨਾਮੀ ਅਕਾਲੀ ਦਲ ਦੀ ਹੋ ਗਈ ਸੀਗੀ, ਖਾਸ ਕਰਕੇ ਉਹ ਧਰਮ ਦੇ ਨਾਂ ਦੇ ਉੱਤੇ ਜਿਹੜਾ ਸਾਰਾ ਕੁਝ ਹੋਇਆ, ਤਾਂ ਉਹ ਬੜੇ ਹੀ ਆਈਸੋਲੇਟ ਹੋ ਗਏ ਸੱਚੇ ਸੌਦੇ ਵਾਲੇ ਦੇ ਚੱਕਰਾਂ ਦੇ ਵਿੱਚ ਹੋਰ ਵੀ। ਤੇ ਲੋਕਾਂ ਨੇ ਫਿਰ ਦੋਹਰੇ ਦੁਖੀ ਹੋ ਕੇ, ਜਾਣੀ ਉਹਨਾਂ ਤੋਂ ਦੁਖੀ ਹੋ ਕੇ ਤੇ ਇਹਦੇ ਤੋਂ ਉਮੀਦ ਲਾ ਕੇ ਪੂਰੇ ਜੋਸ਼ ਨਾਲ ਵੋਟਾਂ ਪਾਈਆਂ। ਇੰਨੀ ਤਾਂ ਇਹਨਾਂ ਨੂੰ ਵੀ ਉਮੀਦ ਨਹੀਂ ਸੀ, ਪਰ ਇਹ ਵਿਸ਼ਵਾਸਘਾਤ ਤੇ ਹੋਇਆ। ਇਹਦੇ 'ਚ ਛੱਡ ਦਿਓ, ਇਹ ਇੱਥੋਂ ਤਾਂਹੀਆਂ ਹੀ ਜੋ ਹਰਕਮਲ ਜੀ ਬਾਰ-ਬਾਰ ਗੱਲ ਕਹਿ ਰਹੇ ਆ, ਮੈਂ ਬਿਲਕੁਲ ਸਹਿਮਤ ਹਾਂ ਕਿ ਥੋੜਾ ਸਾਨੂੰ ਨਿਰਾਸ਼ਾ ਹੋ ਰਹੀ ਆ ਇੱਕ, ਔਰ ਐਂ ਲੱਗਦੀ ਬੇਉਮੀਦਗੀ ਦੀ ਜਿਹੜੀ ਮਾਹੌਲ ਜਿਹੜਾ ਜ਼ਿਆਦਾ ਬਣਦਾ ਜਾ ਰਿਹਾ ਕਿ ਕੋਈ ਵੀ ਆਵੇ ਇੱਥੇ ਕੋਈ ਬਹੁਤਾ ਫਰਕ ਪੈ ਨਹੀਂ ਸਕਦਾ। ਤੁਸੀਂ ਵਿਰੋਧੀ ਪਾਰਟੀਆਂ ਦਾ ਲੈ ਲਓ, ਹੁਣ ਇਸੇ ਇਸ਼ੂ ਦੇ ਉੱਤੇ ਤੁਸੀਂ ਵਿਰੋਧੀ ਪਾਰਟੀਆਂ ਉਹ ਕੀ ਕਰ ਰਹੀਆਂ? ਸਵਾਏ ਆਪਣਾ ਨਾਂ ਚਮਕਾਉਣ ਤੋਂ ਉਹਦਾ ਘਰਾਓ ਕਰ ਦੋ, ਉੱਥੇ ਧੱਕੇ ਮੁੱਕੀ ਕਰ ਦੋ, ਤਰਨਤਾਰਨ 'ਚ ਪੁਲਿਸ ਨਾਲ ਧੱਕਾ ਮੁੱਕੀ ਹੋ ਰਿਹਾ। ਤੁਹਾਡਾ ਕੰਮ ਸੀਗਾ ਤੁਰੰਤ ਐਡੀ ਵੱਡੀ ਟ੍ਰੈਜਡੀ ਤੋਂ ਬਾਅਦ ਤੁਸੀਂ ਆ ਕੇ ਚੰਡੀਗੜ੍ਹ ਨੂੰ ਘੇਰਾ ਪਾਉਂਦੇ, ਕਹਿੰਦੇ ਕਿ ਇੱਥੇ ਅਸੈਂਬਲੀ ਦਾ ਸੈਸ਼ਨ ਸੱਦਿਆ ਜਾਏ, ਇੱਥੇ ਡਿਸਕਸ ਹੋਊਗਾ ਔਰ ਕੱਲੇ ਚੀਜ਼ ਦਾ ਨਿਤਾਰ ਹੋਊਗਾ, ਲਾਈਵ ਟੈਲੀਕਾਸਟ ਹੋਊਗਾ। ਇਸ ਕਰਕੇ ਰਿਪਰੈਜ਼ੈਂਟੇਟਿਵ ਦਿੱਤੇ ਆ। ਵਿਰੋਧੀ ਪਾਰਟੀਆਂ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਕਿ ਕਿੰਨਾ ਕਿ ਇਹੋ ਜਿਹੇ ਐਪੀਸੋਡ ਨੂੰ ਟ੍ਰੈਜਡੀ ਨੂੰ ਕਿੰਨਾ ਕੁ ਲਾਹਾ ਲਿਆ ਜਾ ਸਕਦਾ ਆ, ਉਹ ਉਸ ਪਾਸੇ ਨੂੰ ਸੋਚ ਰਿਹਾ। ਜਿਵੇਂ ਕੋਈ ਢੱਗਾ ਮਰ ਜਾਂਦਾ, ਸਾਰੀਆਂ ਗਿੱਧਾਂ ਆ ਕੇ ਡਿੱਗ ਕੇ ਢੇਰ ਉੱਥੇ ਆ ਜਾਂਦੀਆਂ ਕਿ ਆਜੋ ਆਜੋ ਆਜੋ। ਉਹ ਹਾਲਤ ਸਾਡੀ ਬਣੀ ਹੋਈ ਹੈ, ਮਰਨ ਵਾਲੇ ਮਰ ਜਾਂਦੇ ਆ। ਪੋਲੀਟੀਕਲ ਪਾਰਟੀਆਂ ਆ ਕੇ ਉਹਦੇ ਤੇ ਕੋਈ ਫੋਟੋਆਂ ਲਵਾਉਂਦਾ, ਘਰ 'ਚ ਕੋਈ ਦੁੱਖ ਪ੍ਰਗਟ ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਇਹ ਨਹੀਂ ਹੈ ਚੁਣੇ ਹੋਏ ਬੰਦਿਆਂ ਦਾ ਕੰਮ। ਉਹਨਾਂ ਦਾ ਕੰਮ ਹੈ ਕਿ ਸਰਕਾਰ ਨੂੰ ਗਰਾਇਆ ਹੁਣ ਤੱਕ ਵੀ ਨਹੀਂ ਦਿੱਤਾ ਹੁੰਦਾ ਕਰਨੇ। ਇਹ ਹੁਣ ਕੋਈ ਗੱਲ ਕੀਤੀ ਮਾੜੀ ਜੀ ਕੀਤੀ ਹੈ ਤਾਂ ਕਿ ਛਾਂਗਣ ਹੋ ਜਾਊਗਾ,
ਪੋਲੀਟੀਕਲ ਪਲਾਏ ਆ ਜੇ ਸੀਰੀਅਸ ਤੇ ਉਹ ਵੀ ਇਸ ਕਰਕੇ ਅਸੈਂਬਲੀ ਤੋਂ ਔਰ ਅਸੀਂ ਇਸ ਗੱਲ ਡਿਸਕਸ ਕਰਕੇ ਇਹਦਾ ਦੁੱਧ ਪਾਣੀ ਦਾ ਪਾਣੀ ਅਲੱਗ ਕਰਾਂਗੇ। ਥੈਂਕ ਯੂ ਪ੍ਰੋਫੈਸਰ ਸਾਹਿਬ, ਬਹੁਤ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ ਤੁਸੀਂ। ਹਰਕਮਲ ਜੀ, ਪ੍ਰੋਫੈਸਰ ਮਨਜੀਤ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਪੰਜਾਬ ਵਿਧਾਨ ਸਭਾ ਦੀ, ਤੁਸੀਂ ਇਹ ਦੇਖਿਆ ਹੋਣਾ ਕਿ ਇੰਡੀਕੇਸ਼ਨ ਇਹ ਆ ਰਹੀਆਂ ਕਿ ਅਗਲੇ ਦਿਨਾਂ 'ਚ ਪੰਜਾਬ ਵਿਧਾਨ ਸਭਾ ਦਾ ਜਿਹੜਾ ਇਸ ਮੌਸਮ ਦਾ ਜਿਹੜਾ ਸੈਸ਼ਨ ਹੁੰਦਾ ਹੈ ਬਰਸਾਤ ਰੁੱਤ ਦਾ, ਉਹ ਆ ਸਕਦਾ ਹੈ। ਪਰ ਤੁਹਾਨੂੰ ਪਤਾ ਕਿ ਨਾਰਮਲ ਹਾਲਤਾਂ ਦੇ ਵਿੱਚ ਵੀ ਆਪਾਂ ਜਿਹੜੇ ਸੈਸ਼ਨ ਦੇਖਦੇ ਹਾਂ, ਤੇ ਜਦੋਂ ਇਹੋ ਜਿਹੇ ਹਾਲਤ 'ਚ ਸੈਸ਼ਨ ਆਏਗਾ ਤਾਂ ਖਾਣਾ ਪੂਰਤੀ ਹੋਏਗੀ, ਜਿਹੜਾ 6 ਮਹੀਨਿਆਂ ਲਈ ਜ਼ਰੂਰੀ ਹੁੰਦਾ ਹੈ ਕਾਨੂੰਨੀ ਤੌਰ ਤੇ। ਕੋਈ ਉਮੀਦ ਕੀਤੀ ਜਾ ਸਕਦੀ ਹੈ ਪੰਜਾਬ 'ਚ ਸੰਜੀਦਾ ਮੁੱਦਿਆਂ ਤੇ ਬਹਿਸ ਹੋ ਸਕਦੀ ਹੈ ਪੰਜਾਬ ਵਿਧਾਨ ਸਭਾ 'ਚ? ਦੇਖੋ, ਡਿਊ ਤੇ ਹੈਗਾ ਵਿਦਿਨ 6 ਮੰਥਸ ਇੱਕ ਸੈਸ਼ਨ ਹੋਣਾ ਹੁੰਦਾ ਹੈ, ਔਰ 9 ਸਤੰਬਰ ਤੱਕ ਉਹ ਡਿਊ ਹੈਗਾ। 9 ਸਤੰਬਰ ਤੱਕ ਸਾਨੂੰ ਇੱਕ ਸੈਸ਼ਨ ਕਰਨਾ ਪੈਣਾ ਹੈ। ਜੇ ਸੈਸ਼ਨ ਹੁੰਦਾ ਹੈ ਉਹਦੇ 'ਚ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹੜੇ ਉਠਾਏ ਜਾ ਸਕਦੇ ਨੇ, ਪਰ ਸਾਡੀ ਪੰਜਾਬ ਦੀ ਇਸ ਵੇਲੇ ਬਦਕਿਸਮਤੀ ਇਹ ਬਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਕੋਈ ਠੋਸ ਆਪੋਜੀਸ਼ਨ ਨਾਂ ਦੀ ਚੀਜ਼ ਕੋਈ ਨਹੀਂ ਹੈਗੀ। ਅਕਾਲੀ ਦਲ ਡਿਵਾਈਡਡ ਹੈਗਾ, ਪਹਿਲਾਂ ਉਹਨਾਂ ਦਾ ਨੰਬਰ ਨਹੀਂ, ਉਹ ਡਿਵਾਈਡਡ ਹੈਗੇ ਨੇ। ਉਹਦੇ ਤੋਂ ਬਾਅਦ ਦੂਜੀਆਂ ਵੀ ਜਿਹੜੀਆਂ ਪਾਰਟੀਆਂ ਉਹ ਵੀ ਵਿਚਾਰੀਆਂ ਦੀ ਕੋਈ ਇੰਨੀ ਬਹੁਤ ਲੰਬੀ ਚੌੜੀ ਸਟਰੈਂਥ ਨਹੀਂ ਹੈਗੀ, ਲੇਕਿਨ ਇੰਨਾ ਜ਼ਰੂਰ ਹੈਗਾ ਕਿ ਜਿਹੜੇ ਕੁਝ ਸਰ, ਜਦੋਂ ਤੁਸੀਂ ਵਿਰੋਧੀ ਧਿਰਾਂ ਦੀ ਗੱਲ ਕਰਦੇ ਹੋ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬੀਆਂ ਨੇ ਪੰਜਾਬ ਵਿਧਾਨ ਸਭਾ ਲਈ ਚੁਣ ਕੇ ਭੇਜਿਆ ਸੀ। ਉਹ ਪਾਰਲੀਮੈਂਟ ਚਲੇ ਗਏ। ਉਦੋਂ ਬਾਅਦ ਜਿਹੜਾ ਹੈਗਾ ਜਿਹੜੇ ਦੂਜੇ ਵਿਰੋਧੀ ਧਿਰ ਦੇ ਨੇਤਾ ਬਣੇ ਪਰਮਿੰਦਰ ਢੀਂਡਸਾ, ਉਹ ਵੱਖਰੇ ਅਕਾਲੀ ਦਲ ਦੇ ਤੌਰ ਤੇ ਚੱਲ ਗਏ। ਹੁਣ ਅਕਾਲੀ ਦਲ ਦੀ ਆਪਣੀ ਹਾਲਤ ਦੇਖ ਲਓ ਕੀ ਹੈ, ਤੇ ਆਮ ਆਦਮੀ ਪਾਰਟੀ ਜਿਹੜੀ ਹਾਲਤ ਆ ਆਪਾਂ ਨੂੰ ਉਹ ਵੀ ਸਾਰਿਆਂ ਨੂੰ ਪਤਾ ਹੀ ਹੈ। ਬਿਲਕੁਲ, ਆਮ ਆਦਮੀ ਪਾਰਟੀ ਵੀ ਵੰਡੀ ਹੋਈ ਹੈ, ਅਕਾਲੀ ਦਲ ਵੀ ਵੰਡਿਆ ਹੋਇਆ, ਬੁਰਾ ਹਾਲ ਹੈਗਾ। ਸੋ ਮੈਨੂੰ ਇਹ ਲੱਗਦਾ ਕਿ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਅਸਲ ਵਿਰੋਧ ਉਹਨੂੰ ਸ਼ਾਇਦ ਉਹਦੇ ਸਾਹਮਣੇ ਆਏਗਾ, ਉਹ ਪਾਰਟੀ ਦੇ ਅੰਦਰੋਂ ਹੀ ਆਏਗਾ। ਬਾਹਰੋਂ ਮੈਨੂੰ ਕੋਈ ਹੋ ਜਿਹਾ ਵਿਰੋਧ ਆਉਂਦਾ ਦਿਸ ਨਹੀਂ ਰਿਹਾ। ਔਰ ਬੜਾ ਸਪਸ਼ਟ ਹੈਗਾ ਕਿ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਕੁਝ ਬਾਕੀ ਲੋਕਾਂ ਨੇ ਇਹ ਇਸ਼ੂ ਚੁੱਕੇ ਹੈਗੇ ਨੇ। ਤੁਸੀਂ ਦੇਖੋ, ਸ਼ਮਸ਼ੇਰ ਸਿੰਘ ਦੂਲੋ ਦਾ ਜਿਸ ਢੰਗ ਦੇ ਨਾਲ ਉਹਨੇ ਪ੍ਰੈਸ ਕਾਨਫਰੰਸ 'ਚ ਗੱਲਬਾਤ ਕੀਤੀ, ਉਹ ਕਹਿੰਦੇ ਜੀ 70% ਸਾਡੇ MLA ਅੱਜ 2 ਨੰਬਰ ਦੇ ਕੰਮਾਂ 'ਚ ਇਨਵੋਲਵ ਹੈਗੇ ਨੇ। ਸਾਡੀ ਪਾਰਟੀ ਦਾ ਜਿਹੜਾ ਕਰੈਕਟਰ ਹੈਗਾ ਉਹ ਤਕਰੀਬਨ ਖਤਮ ਕਰ ਦਿੱਤਾ ਗਿਆ। ਜੋ ਲੁੱਟਮਾਰ ਕਰਨ ਵਾਲੇ ਸੀ ਉਹ ਸਿਆਸਤ ਦੇ ਉੱਤੇ ਹਾਵੀ ਹੋ ਗਏ ਨੇ ਸਾਡੀ ਤੇ ਆ ਕੇ। ਇਹਦਾ ਮਤਲਬ ਕਿ ਪਾਰਟੀ 'ਚ ਕੁਝ ਲੋਕਾਂ ਨੇ ਇਹ ਗੱਲਾਂ ਸੋਚਣੀਆਂ ਸ਼ੁਰੂ ਕਰਤੀਆਂ, ਔਰ ਮੈਨੂੰ ਜੋ ਨਜ਼ਰ ਆ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਇਹ ਗੱਲ ਉੱਭਰ ਸਕਦੀ ਹੈ। ਜਿਵੇਂ ਤੁਸੀਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਵੀ ਕਿਹਾ ਸੀ, ਨਵਜੋਤ ਸਿੰਘ ਸਿੱਧੂ ਇਹ ਠੀਕ ਹੈ ਅੱਜ ਦੀ ਡੇਟ 'ਚ ਘਰ ਆ ਕੇ ਘਰ ਵਿਹਲਾ ਬੈਠਾ ਹੋਇਆ, ਬਿਲਕੁਲ ਉਹਦੇ ਕੋਲ ਕੋਈ ਕੰਮ ਨਹੀਂ ਹੈਗਾ, ਜਾਂ ਉਹ ਤੁਸੀਂ ਕਹਿ ਸਕਦੇ ਹੋ ਆਊਟ ਆਫ ਫੋਕਸ ਹੋ ਗਿਆ। ਪਰ ਮੈਨੂੰ ਲੱਗਦਾ ਇਹ ਵੀ ਬਹੁਤ ਦੇਰ ਤੱਕ ਨਹੀਂ ਰਹੇਗਾ। ਅਲਟੀਮੇਟਲੀ ਨਵਜੋਤ ਸਿੱਧੂ ਨੂੰ ਵੀ ਐਕਟਿਵ ਹੋਣਾ ਪਏਗਾ। ਉਹਨੂੰ ਕਿਹੜੀ ਪਾਰਟੀ ਇਸ ਕੰਮ ਲਈ ਅੱਗੇ ਲੈ ਕੇ ਆਉਂਦੀ ਹੈ ਤੇ ਜੇ ਪਤਾ ਨਹੀਂ ਹੈਗਾ, ਕਿਉਂਕਿ ਕਾਂਗਰਸ ਪਾਰਟੀ ਵੀ ਉਹਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਰਹੀ ਕਿ ਉਹਦੇ ਤੋਂ ਕੀ ਕੰਮ ਲਿਆ ਜਾਏਗਾ, ਕਦੋਂ ਲਿਆ ਜਾਏਗਾ। ਸੋ ਮੈਨੂੰ ਇਹ ਲੱਗ ਰਿਹਾ ਕਿ ਨਵਜੋਤ ਸਿੱਧੂ ਵੀ ਅਲਟੀਮੇਟਲੀ ਆਉਣ ਵਾਲੇ 2-3 ਮਹੀਨਿਆਂ 'ਚ ਆਪਣਾ ਫੈਸਲਾ ਲਏਗਾ। ਜੋ ਇੰਡੀਕੇਸ਼ਨਸ ਆ ਰਹੀਆਂ ਕਿ ਉਹਨੇ ਕਿਸ ਢੰਗ ਦੇ ਨਾਲ ਆਪਣੀ ਸਿਆਸਤ 'ਚ ਵਿਚਰਨਾ ਹੈਗਾ। ਔਰ ਮੈਨੂੰ ਲੱਗਦਾ ਕਿ ਇਹ ਜਿਹੜਾ ਜੋ ਵਰਤਾਰਾ ਇਸ ਵੇਲੇ ਪੰਜਾਬ ਚੱਲ ਰਿਹਾ ਹੈ, ਇਹਦੇ ਖਿਲਾਫ ਇੱਕ ਧਿਰ ਖੜੀ ਹੋਏਗੀ, ਔਰ ਆਉਣ ਵਾਲੇ ਦਿਨਾਂ 'ਚ ਚੋਣਾਂ ਤੋਂ ਪਹਿਲਾਂ ਇਸ ਗੱਲ ਦਾ ਕਾਫੀ ਖੁੱਲ ਕੇ ਵਿਰੋਧ ਹੋਏਗਾ। ਓਕੇ, ਥੈਂਕ ਯੂ ਵੈਰੀ ਮਚ ਹਰਕਮਲ ਜੀ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਆਪਣੇ ਸੀਨੀਅਰ ਜਰਨਲਿਸਟ ਤੇ ਬੁੱਧੀਜੀਵੀ ਸਾਥੀਆਂ ਹਰਕਮਲ ਜੀ, ਫਰਾਸ਼ਾ ਜੀ, ਪ੍ਰੋਫੈਸਰ ਮਨਜੀਤ ਸਿੰਘ, ਤਿੰਨਾਂ ਦਾ ਧੰਨਵਾਦੀ ਹਾਂ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਆਏ। ਮੈਂ ਦਰਸ਼ਕਾਂ ਦੇ ਲਈ ਇਹ ਵੀ ਕਹਾਂਗਾ ਕਿ ਆਮ ਜਿਹੜੀਆਂ ਪੋਲੀਟੀਕਲ ਡਿਬੇਟਸ ਦੂਜੇ ਮੁੱਦਿਆਂ ਤੇ ਹੁੰਦੀਆਂ ਉਹਨਾਂ ਨਾਲੋਂ ਹਟ ਕੇ ਕੇਵਲ ਪੰਜਾਬੀ ਦਾ ਇਕਲੌਤਾ ਚੈਨਲ ਹੈ ਜਿੱਥੇ ਮੀਡੀਆ ਦੇ ਇੱਕ ਪੈਨਲ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਦਾ ਹੈ ਬਗੈਰ ਕਿਸੇ ਲੱਗ ਲਪੇਟ ਦੇ। ਉਮੀਦ ਹੈ ਪੰਜਾਬ ਦੇ ਸੱਚ ਦੀ ਆਵਾਜ਼ ਤੁਹਾਨੂੰ ਪਸੰਦ ਆਏਗੀ ਤੇ ਤੁਸੀਂ ਵੀ ਇਹ ਸੁਨੇਹਾ ਪੰਜਾਬੀਆਂ ਦੇ ਨਾਲ ਸ਼ੇਅਰ ਕਰੋਗੇ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।